ਵਾਹਿਗੁਰੂ ਸਾਹਿਬ ਜੀਓ। ਕਵਿਤਾ ਮੋਕਾ ਲੀਨਾ ਸੰਗ ਅਰਵਿੰਦ ਨੈਣ ਗਹੀ। ਤਹਾਂ ਏਡਕ ਕੋ ਰੂਪ ਮਰਦਾਨਾ ਜਹਾਂ ਵੈਸਿਆ। ਹੀਰ ਕਰ ਦੂਰ ਹੀ ਤੇ ਭੂਰ ਹਰ ਖਾਏ। ਉਠੋ ਨਾਸਾ ਫੁਰ ਕਾਏ ਖੁਰ ਅਵਨੀ ਹਨਿਸਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਪਾਵਨ ਪ੍ਰਸੰਗ 46ਵਾਂ ਪ੍ਰਸੰਗ ਨੂਰ ਸ਼ਾਹ ਦਾ ਨਿਸਤਾਰਾ। ਸਤਿਗੁਰੂ ਮਹਾਰਾਜ ਰਾਏ ਭੋਏ ਦੀ ਤਲਵੰਡੀ ਤੋਂ ਬਹੁਤ ਸਾਰੇ ਕੌਤਕ ਕਰਦੇ ਹੋਏ, ਲੋਕਾਂ ਨੂੰ ਉਤਾਰਦੇ ਹੋਏ ਅਤੇ ਰਸਤੇ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਹਾਸ ਵਿਲਾਸ ਕਰਦੇ ਹੋਏ ਔਰ ਅੱਕਾਂ ਦੀਆਂ ਕੁਕੜੀਆਂ ਤੋਂ ਹੋਰ ਹੀ ਫਲ ਬਣਾ ਦਿੱਤੇ, ਜਿਨ੍ਹਾਂ ਨੂੰ ਖਾ ਕੇ ਭਾਈ ਮਰਦਾਨਾ ਰੱਜ ਗਏ। ਪਰ ਹੁਕਮ ਹੋਇਆ ਲਾਲਚ ਨਹੀਂ ਕਰਨਾ, ਪੱਲੇ ਨਹੀਂ ਬੰਨ੍ਹਣਾ। ਪਰ ਇਹ ਦੋਨੋਂ ਬਚਨ ਉਲੰਘਣਾ ਹੋ ਗਈ। ਲਾਲਚ ਕਰਕੇ ਬਹੁਤਾ ਜ਼ਿਆਦਾ ਖਾ ਲਿਆ, ਪੱਲੇ ਵੀ ਬੰਨ੍ਹ ਲਿਆ ਦੂਸਰੇ ਦਿਨ ਵਾਸਤੇ। ਦੂਸਰੇ ਦਿਨ ਜਦੋਂ ਭੁੱਖ ਲੱਗੀ, ਰਸਤੇ 'ਚ ਖਾਣ ਲੱਗੇ ਕੱਢ ਕੇ, ਜਦੋਂ ਦੰਦੀ ਵੱਢੀ ਤਾਂ ਬਹੁਤ ਜ਼ਹਿਰ ਚੜ੍ਹ ਗਿਆ ਮੂੰਹ ਦੇ ਵਿੱਚ ਵੀ। ਸੋ ਜ਼ਹਿਰ ਦੇ ਨਾਲ ਬਹੁਤ ਤਕਲੀਫ ਹੋਈ, ਪੇਟ ਦੇ ਵਿੱਚ ਵੀ ਦਰਦ ਸ਼ੁਰੂ ਹੋ ਗਿਆ, ਲੰਮਾ ਪੈ ਕੇ ਲੱਤਾਂ ਬਾਹਾਂ ਮਾਰਨ ਲੱਗਿਆ। ਮਹਾਰਾਜ ਨੇ ਬਚਨ ਕੀਤਾ ਕਿ ਤੁਸੀਂ ਬਚਨ ਨਹੀਂ ਮੰਨਿਆ। ਫਿਰ ਉਸੇ ਹੀ ਇੱਕ ਫਲ ਤੋੜ ਕੇ ਹੋਰ ਦਿੱਤਾ ਆਪਣੇ ਕਰ ਕਮਲਾਂ ਦੇ ਨਾਲ। ਪਰਮੇਸ਼ਰ ਆਪ ਹੈ, ਪਰਮੇਸ਼ਰ ਜੋ ਚਾਹੇ ਕਰ ਸਕਦੇ ਨੇ। ਤੇ ਇਸ ਤਰ੍ਹਾਂ ਉਹ ਫਲ ਖਵਾ ਕੇ ਉਸੇ ਦੀ ਦਵਾਈ ਬਣਾ ਦਿੱਤੀ, ਰਾਜੀ ਕਰ ਦਿੱਤੇ। ਅੱਗੇ ਨੂਰ ਸ਼ਾਹ ਦੇ ਇਲਾਕੇ ਵਿੱਚ ਕਾਮਰੂ ਦੇਸ਼ ਵਿੱਚ ਗਏ ਨੇ। ਪੂਰਾ ਨਾਮ ਕਾਮਰੂਪ ਹੈ, ਜਿੱਥੇ ਤ੍ਰੀਆ ਰਾਜ ਹੈ। ਬੇਨਤੀ ਕੀਤੀ, ਮਹਾਰਾਜ ਭੁੱਖ ਬਹੁਤ ਲੱਗੀ, ਆਗਿਆ ਬਖਸ਼ੋ। ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ ਇਸ ਨਗਰ ਵਿੱਚ ਨਾ ਜਾ, ਇਹ ਐਸਾ ਹੀ ਨਗਰ ਹੈ। ਕਹਿਣ ਲੱਗਿਆ, ਮੈਂ ਚਲੋ ਘੁੰਮ ਫਿਰ ਕੇ ਆ ਜਾਵਾਂਗਾ। ਸਤਿਗੁਰੂ ਨੇ ਬਚਨ ਵੀ ਕੀਤਾ, ਕਿਸੇ ਦੇ ਘਰ ਨਹੀਂ ਵੜਨਾ। ਭਾਈ ਵੀਰ ਸਿੰਘ ਨੇ ਐਸਾ ਲਿਖਿਆ ਕਿ ਜਦੋਂ ਦੇਹਲੀਆਂ ਵਿੱਚ ਖੜ੍ਹ ਕੇ ਮੰਗਿਆ ਪਾਣੀ ਪੀਣ ਲਈ, ਸਾਹਮਣੇ ਮੇਜ਼ ਦੇ ਉੱਤੇ ਬੜੇ ਸੋਹਣੇ ਪੁਲਾਓ ਲੱਗੇ ਹੋਏ ਸੀ, ਚੌਲ ਚੂਲ ਗਰਮ ਗਰਮ ਭਾਫ ਛੱਡ ਰਹੇ ਸੀ। ਭੁੱਖ ਲੱਗੀ ਸੀ, ਕਹਿੰਦੇ ਅੰਦਰ ਲੰਘ ਆਓ। ਕਹਿੰਦੇ ਹੁਕਮ ਨਹੀਂ ਹੈ ਮੈਨੂੰ। ਕਹਿੰਦੇ ਅਸੀਂ ਕਿਹੜਾ ਅੰਦਰ ਬਹਿਣ ਨੂੰ ਕਿਹਾ, ਆ ਬਰਾਂਡੇ 'ਚ ਬਹਿ ਕੇ ਖਾ ਲਓ। ਜਦੋਂ ਹੀ ਬੈਠੇ ਖਾਣ ਲਈ, ਗਲ ਵਿੱਚ ਐਸਾ ਧਾਗਾ ਜਿਹਾ ਬੰਨ੍ਹਿਆ, ਸਾਰੀ ਦੇਹੀ ਪਲਟਾ ਦਿੱਤੀ। ਉਹ ਕਿੱਲੀ ਦੇ ਨਾਲ ਜਦੋਂ ਬੰਨ੍ਹ ਦਿੱਤਾ, ਘੰਟਾ ਲੰਘ ਗਿਆ। 1 ਘੰਟੇ ਤੋਂ ਬਾਅਦ ਮਹਾਰਾਜ ਨੇ ਕਿਹਾ, ਭਾਈ ਬਾਲਾ ਆਪਣਾ ਸਾਥੀ ਨਹੀਂ ਮੁੜਿਆ ਭਾਈ, ਪਤਾ ਨਹੀਂ ਉੱਥੇ ਹੀ ਕਿਤੇ ਜਾ ਕੇ ਫਸ ਗਿਆ, ਚੱਲ ਉਹਨੂੰ ਛੁਡਾ ਕੇ ਲਿਆਈਏ। ਉਹ ਲੱਗਦਾ ਕਿ ਮਿਹਂਡਾ ਬਣਾਤਾ ਇਹਨਾਂ ਨੇ, ਬਚਾ ਕੇ ਲਿਆਈਏ ਉਹਨੂੰ। ਭਾਈ ਮਰਦਾਨਾ ਜੀ ਨੇ ਕਿਹਾ, ਮਹਾਰਾਜ ਰਹਿਣ ਦਿਓ, ਹਲੇ ਘੜੀ ਕੁ ਔਖਾ ਹੋ ਲੈਣ ਦਿਓ, ਤੁਹਾਡਾ ਬਚਨ ਨਹੀਂ ਮੰਨਦਾ। ਪਰ ਮਹਾਰਾਜ ਕਹਿਣ ਲੱਗੇ, ਨਹੀਂ, ਨਾਲ ਰੱਖੇ ਦੀ ਇੱਕ ਤਾਂ ਲਾਜ ਹੈ, ਫਿਰ ਬਹੁਤ ਸਾਰੇ ਕੰਮ ਨੇ ਉਹਦੇ ਨਾਲ। ਨਾਲੇ ਉਹ ਹੁਣ ਦਿਲੋਂ ਪਛਤਾਵਾ ਕਰਕੇ ਸਾਨੂੰ ਯਾਦ ਕਰ ਰਿਹਾ, ਸਾਨੂੰ ਜਾਣਾ ਚਾਹੀਦਾ। ਕਿਉਂਕਿ ਉਹ ਬਹੁਤ ਜ਼ਿਆਦਾ ਹੁਣ ਪਛਤਾਉਂਦਾ ਮਨ ਦੇ ਅੰਦਰ ਕਿ ਮੈਂ ਕਿਉਂ ਬਚਨ ਨਾ ਮੰਨਿਆ। ਇਸ ਕਰਕੇ ਸਾਨੂੰ ਜਾ ਕੇ ਉਹਦੀ ਰੱਖਿਆ ਕਰਨੀ ਚਾਹੀਦੀ ਹੈ। ਸੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਚੱਲ ਪਏ ਨੇ ਰੱਖਿਆ ਕਰਨ ਵਾਸਤੇ। ਕਿਸ ਪ੍ਰਕਾਰ ਬਚਾਉਂਦੇ ਹਨ ਜਾ ਕੇ ਤੇ ਕਿਵੇਂ ਉਪਦੇਸ਼ ਕਰਨਗੇ, ਸ਼ਰਵਣ ਕਰਦੇ ਹਾਂ ਪਿਆਰ ਸਤਿਕਾਰ ਨਾਲ।
ਆ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਵਿਤਾ ਮੋਕੋ ਲੀਨੋ ਸੰਗ ਅਰਬਿੰਦ ਨੈਣ ਗਹੀ, ਤਹਾਂ ਈਡਕ ਕੋ ਰੂਪ ਮਰਦਾਨਾ ਜਹਾਂ ਵੈਸਿਆ। ਸੋ ਇਸ ਤਰ੍ਹਾਂ ਕਵਿਤ ਦੇ ਵਿੱਚ ਅੱਗੇ ਸੁਣਾ ਰਹੇ ਨੇ। ਸੋ ਇਹਦੀ ਚਾਲ ਜਿਸ ਪ੍ਰਕਾਰ ਹੁੰਦੀ ਹੈ, ਉਹ ਚਾਲ ਦੇ ਨਾਲ ਫਿਰ ਬਹੁਤ ਅੱਛੇ ਵਿਸ਼ਰਾਮ ਵੀ ਲੱਗ ਜਾਂਦੇ ਨੇ। ਮੋਕੋ ਲੀਨੋ ਸੰਗ ਅਰਬਿੰਦ ਨੈਣ ਗਏ, ਤਾਹਾਂ ਏਂਡਿਕ ਕੋ ਰੂਪ ਮਰਦਾਨਾ ਜਹਾਂ ਬੈਸਿਆ। ਸੋ ਇਸ ਤਰ੍ਹਾਂ ਇੱਕ ਪੂਰੀ ਚਾਲ ਬਣ ਜਾਂਦੀ। ਇਹੀ ਚਾਲ ਗੁਰੂ ਗ੍ਰੰਥ ਸਾਹਿਬ ਦੇ ਸਵਈਆਂ ਵਿੱਚ ਬਹੁਤ ਥਾਈਂ ਕਵਿਤ ਦੀ, ਸਵਈਏ ਦੀ ਬਹੁਤ ਸਾਰੀਆਂ ਚਾਲਾਂ ਆਉਂਦੀਆਂ ਹਨ। ਇਹ ਸੋ ਉਸ ਵਕਤ ਹੋਇਆ ਐਸਾ, ਕਹਿੰਦੇ ਮੈਨੂੰ ਨਾਲ ਲਿਆ। ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਕਹਿਣ ਲੱਗੇ, ਅਰਬਿੰਦ ਨੈਣ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਅਰਬਿੰਦ ਤੋਂ ਭਾਵ ਕਮਲ ਵਰਗੇ ਸੋਹਣੇ ਨੈਣ ਨੇ, ਗਏ ਤਹਾਂ ਈਂਡਕ ਕੋ ਰੂਪ ਮਰਦਾਨਾ ਜਹਾਂ ਬੈਸਿਆ। ਜਿੱਥੇ ਭਾਈ ਮਰਦਾਨਾ ਜੀ ਮੇਢੇ ਦਾ ਰੂਪ ਧਾਰ ਕੇ ਛਤਰਾ ਬਣ ਕੇ ਬੈਠੇ ਸਨ। ਹੀਰ ਕਰ ਦੂਰ ਹੀ ਤੇ ਪੂਰ ਹਰ ਖਾਏ, ਉਠੋ ਨਾਸਾਂ ਫੁਰ ਕਾਏ, ਖੁਰ ਆਵਨੀ ਹਨਿਸਿਆ। ਦੂਰੋਂ ਹੀ ਦੇਖ ਲਿਆ, ਬਹੁਤ ਖੁਸ਼ ਹੋਇਆ, ਆ ਗਏ, ਮੈਨੂੰ ਬਚਾਉਣਗੇ ਹੁਣ। ਕਿਉਂਕਿ ਇੱਕ ਸੁਭਾਅ ਬੜਾ ਸਿੱਧਾ ਸੀ, ਭੋਲਾ ਭਾਲਾ ਸਾਦਾ ਸੁਭਾਅ, ਛੇਤੀ ਹੋਈ ਕਾਹਲੇ ਪੈ ਜਾਣਾ, ਛੇਤੀ ਹੋਈ ਖੁਸ਼ ਹੋ ਜਾਣਾ। ਇਸ ਤਰ੍ਹਾਂ ਦਾ ਸੁਭਾਅ ਹੋਣ ਕਰਕੇ ਮਹਾਰਾਜ ਤਾਈਓ ਤਾਂ ਉਹਦੇ ਨਾਲ ਹਾਸਾ ਖੇਡਾ ਵੀ ਕਰ ਲੈਂਦੇ ਸੀ। ਨਾਸਾਂ ਫੁਰਕਾਉਣ ਲੱਗਿਆ, ਔਰ ਖੁਰ ਅਵਨੀ ਹਨੇਸਿਆ, ਖੁਰਾਂ ਦੇ ਨਾਲ ਧਰਤੀ ਨੂੰ ਜਿਵੇਂ ਪੁੱਟਦਾ ਹੈ, ਪੁੱਟਣ ਲੱਗਿਆ। ਇਸ ਤਰ੍ਹਾਂ ਇਹ ਜਿਹੜੀ ਚੀਜ਼ ਫਿਰ ਸਿੱਧ ਕਰ ਦਿੰਦੀ ਕਿ ਖੁਰ ਬੰਦੇ ਦੇ ਤਾਂ ਹੁੰਦੇ ਹੀ ਨਹੀਂ, ਖੁਰ ਤਾਂ ਫਿਰ ਜਾਨਵਰ ਦੇ ਹੀ ਹੁੰਦੇ ਨੇ। ਬਹੁਤ ਸਾਰਾ ਐਸਾ ਉਹਨਾਂ ਨੇ ਆਪਣਾ, ਇਹ ਕਾਫੀ ਜ਼ਬਰਦਸਤ ਚੀਜ਼ ਹੈ ਇਹ, ਇਹਦੇ ਨਾਲ ਜਿਵੇਂ ਮਹਿੰਦਾ ਬਣਾ ਦਿੱਤਾ। ਪਾਇਆ ਪਾਇਆ ਭਾਨੈ ਮੁਖ ਔਰ ਨਾ ਚਲਾ ਹੈ, ਬਸ ਦੇਖ ਦ੍ਰਿਗ ਵਿਕਸਤ ਬਦਨ ਕੋ ਸਿਸਿਆ। ਭਿਆਂ ਪਿਆ ਮੁਖ ਵਿੱਚੋਂ ਉਸੇ ਵਕਤ ਭੈਂ ਭੈਂ ਕਰਨ ਲੱਗਿਆ, ਔਰ ਨਾ ਚਲਾ ਹੈ ਬਸ, ਕੋਈ ਹੋਰ ਤਾਂ ਬਸ ਚੱਲਦਾ ਨਹੀਂ। ਅੱਖਾਂ ਦੇ ਨਾਲ ਦੇਖ ਕਰਕੇ ਬਹੁਤ ਖੁਸ਼ ਹੋਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਮਲ ਮੁਖ ਨੂੰ ਦੇਖ ਕੇ ਕਿ ਹੁਣ ਮਹਾਰਾਜ ਮੈਨੂੰ ਇੱਥੋਂ ਬਚਾ ਲੈਣਗੇ ਜੀ। ਗਏ ਤੇ ਸਵਾਲ ਦਿਆਲ ਦਰ ਠਾਂਡੇ ਭਏ, ਸੁੰਦਰ ਸਰੀਰ ਚੀਰ ਸਜੇ ਸੁਭ ਵਿਸਿਆ। ਉਸ ਦੇ ਘਰ ਗਏ ਦਿਆਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਦਰਵਾਜ਼ੇ ਅੱਗੇ ਖੜੇ ਹੋ ਗਏ। ਬਹੁਤ ਸੁੰਦਰ ਸਰੂਪ ਗੁਰਾਂ ਦਾ, ਸੁੰਦਰ ਬਸਤਰ ਪਹਿਨੇ ਹੋਏ ਨੇ। ਸੋ ਮਹਾਰਾਜ ਦਾ ਲਿਬਾਸ ਬਹੁਤ ਹੀ ਅੱਛਾ ਪਾਇਆ ਹੋਇਆ ਸੀ। ਕਾਮਨੀ ਜੇ ਕਾਮਰਤ ਭੋਗ ਅਬਿਲਾਖਾ, ਔਰ ਹੀਰ ਕਰ ਧਾਮਦਾਰ ਚਾਮਲੀ ਅਪਾਰਹੀ। ਵਿਸ਼ਿਆਂ ਵਿਕਾਰਾਂ ਦੀਆਂ ਮਾਰੀਆਂ ਹੋਈਆਂ ਔਰਤਾਂ ਬਗਾਨਿਆਂ ਬੰਦਿਆਂ ਨੂੰ ਆਉਂਦਿਆਂ ਦੇਖ ਕੇ ਬਹੁਤ ਚਾਂਬਲ ਜਾਂਦੀਆਂ ਸਨ, ਔਰ ਬਹੁਤ ਸਾਰੀਆਂ ਚੰਚਲਤਾਈਆਂ, ਹਾਵ ਭਾਵ ਕਰਨੇ, ਕਿਉਂਕਿ ਜਿਨ੍ਹਾਂ ਨੂੰ ਕਦੇ ਕਿਸੇ ਨੇ ਇੱਥੇ ਰੋਕਿਆ ਹੀ ਨਹੀਂ। ਆਪਣੇ ਪੁਰਸ਼ਾਂ ਨੂੰ ਵਸੀਕਾਰ ਕਰਕੇ ਉਹਨਾਂ ਤੋਂ ਘਰ ਦੇ ਕੰਮ ਕਰਾਉਣੇ, ਇਸ ਤਰ੍ਹਾਂ ਦਾ ਮਾਹੌਲ ਉੱਥੇ ਸਿਰਜਿਆ ਹੋਇਆ। ਪਰ ਅਕਾਲ ਪੁਰਖ ਨਿਰੰਕਾਰ ਨੂੰ ਐਸੀ ਚੀਜ਼ ਨਹੀਂ ਭਾਉਂਦੀ। ਨਿਰੰਕਾਰ ਜੀ ਨੇ ਆਪ ਆਕਾਰ ਧਾਰ ਕੇ ਗੁਰੂ ਨਾਨਕ ਰੂਪ ਹੋ ਕੇ ਸ੍ਰਿਸ਼ਟੀ ਦਾ ਭਲਾ ਕੀਤਾ। ਉਤੀ ਚਾਰ ਬੈਠੀ ਤਾਹਾਂ ਦੋਏ ਉਠ ਦੌੜ ਆਈ, ਤੰਤ ਲਈਏ ਹਾਥ ਮੰਤ ਮੁਖ ਤੇ ਉਚਾਰਹੀ। ਚਾਰ ਜਾਣੀਆਂ ਬੈਠੀਆਂ ਸੀ ਉੱਥੇ, ਦੋ ਜਾਣੀਆਂ ਦੌੜ ਕੇ ਆਈਆਂ। ਉਹਨਾਂ ਨੇ ਹੱਥ ਦੇ ਵਿੱਚ ਤੰਤਰ ਲਿਆ ਹੋਇਆ ਸੀ, ਧਾਗਾ ਜਿਹਾ ਫੜਿਆ ਹੋਇਆ ਕਰਕੇ, ਔਰ ਮੂੰਹੋਂ ਮੰਤਰ ਉਚਾਰਦੀਆਂ ਅੱਗੇ ਨੂੰ ਵੱਧ ਰਹੀਆਂ ਸਨ। ਲੋਚਨ ਨਚਾਏ ਭਾਵ ਭਾਵ, ਹਾਵ ਭਾਵ ਦੇਖ ਰਾਏ, ਕਰ ਮੁਖ ਮੁਸਕਾਏ ਔਰ ਹਰਖ ਸੁਧਾਰਹੀ। ਪ੍ਰਸੰਨਤਾ ਦਿਲ ਵਿੱਚ ਧਾਰਨ ਕਰਕੇ ਉਸ ਵਕਤ ਲੋਚਨ ਭਾਵ ਅੱਖਾਂ ਨੂੰ ਨਚਾ ਰਹੀਆਂ ਨੇ, ਹਾਵ ਭਾਵ ਕਰਦੀਆਂ ਆ ਰਹੀਆਂ ਨੇ, ਮੂੰਹੋਂ ਮੁਸਕਰਾਉਂਦੀਆਂ ਨੇ। ਕਿਉਂਕਿ ਆਮ ਬੰਦੇ ਜਿਹੜੇ ਹੁੰਦੇ ਨੇ ਉਹ ਵਿਕਾਰੀ ਹੋ ਜਾਂਦੇ ਨੇ। ਰੱਬੀ ਬੰਦੇ ਜਿਨ੍ਹਾਂ ਤੇ ਮਿਹਰ ਹੁੰਦੀ ਹੈ ਗੁਰੂ ਸਾਹਿਬ ਦੀ, ਉਹਨਾਂ ਨੂੰ ਸੰਸਾਰ ਡਲਾਉਣ ਦਾ ਯਤਨ ਕਰਦਾ, ਪਰ ਵਾਹਿਗੁਰੂ ਦੀ ਕਿਰਪਾ ਹੋਣ ਕਰਕੇ
ਉਹਨਾਂ ਦੇ ਅੰਦਰ ਜੋਤ ਹੀ ਇੰਨੀ ਪ੍ਰਬਲ ਹੁੰਦੀ ਹੈ। ਇਹ ਤਾਂ ਆਪ ਪਾਤਸ਼ਾਹ ਨੇ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਆਪਣੇ ਪਿਆਰਿਆਂ ਨੂੰ ਵੀ ਬਚਾਉਂਦੇ ਨੇ, ਦੇਖ ਲੈਂਦੇ ਨੇ ਕਿ ਹੁਣ ਇਹਦੇ ਤੇ ਸਮਾਂ ਖਰਾਬ ਆ ਗਿਆ, ਸਤਿਗੁਰੂ ਜੀ ਆਪ ਫਿਰ ਭਾਈ ਜੋਗਾ ਸਿੰਘ ਦਾ ਪਹਿਰਾ ਦਿੱਤਾ ਗੁਰਾਂ ਨੇ। ਮੇਰੇ ਘਰ ਤੰਤ ਜਬ ਡਰਨ ਲੱਗੀ ਹੈ, ਇੱਕ ਭਾਈ ਤਤਕਾਲ ਮੀਡੀ ਕੁਲਟਾ ਕੁਨਾ ਰਹੀ। ਉਹਨਾਂ ਨੇ ਸੋਚਿਆ ਕਿ ਜਿਵੇਂ ਪਹਿਲੇ ਦੇ ਗਲ 'ਚ ਪਾ ਲਿਆ, ਬਣਾ ਲਿਆ, ਤੇ ਇਹਨਾਂ ਨੂੰ ਵੀ ਇਸ ਤਰ੍ਹਾਂ ਹੀ ਕਾਬੂ ਕਰ ਲਵਾਂਗੇ। ਬੀਤ ਰਾਗ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਬਾਲਾ ਜੀ ਕਹਿਣਗੇ, ਇੱਕ ਭੱਜ ਕੇ ਆ ਕੇ ਮੇਰੇ ਗਲ 'ਚ ਪਾਉਣ ਲੱਗੀ ਤਤਕਾਲ ਹੀ ਵੀ ਇਹਦੇ ਗਲ 'ਚ ਪਾ ਦਿਆਂ। ਉਸੇ ਵਕਤ ਹੀ ਮੀਡੀ ਕੁਲਟਾ ਕੁਨਾ ਰਹੀ। ਉਹ ਕੁਲਟਾ ਭੈੜੀ ਜਿਹੜੀ ਇਸਤਰੀ ਸੀ, ਉਹ ਮਹਿੰਦੀ ਭਾਵ ਭੇਡ ਬਣ ਗਈ। ਸਵਈਆ ਦੂਸਰੀ ਦੌਰ ਗਈ ਦਿਸ ਸ੍ਰੀ ਗੁਰ ਸੋ ਉਖਸੀ ਤੰਤ ਪਾਵਨ ਹੇਤੂ। ਦੂਸਰੀ ਜਿਹੜੀ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਦੌੜ ਕੇ ਗਈ, ਹੰਬਲਾ ਮਾਰ ਕੇ। ਉਹਨੇ ਵੀ ਸੋਚਿਆ ਮੈਂ ਇਹ ਦੂਸਰੇ ਦੇ ਗਲ ਵਿੱਚ ਆਪਣਾ ਇਹ ਤੰਤਰ ਪਾ ਦੇਵਾਂ। ਹੋਏ ਗਈ ਸਰਮਾ ਤਨ ਤੂਰਨਾ ਪੂਰਨ ਕੀ ਅਵਗਿਆ ਦੁੱਖ ਦੇਤੂ। ਪੂਰਨ ਦੀ ਅਵਗਿਆ, ਜਿਹੜੀ ਪੂਰਨ ਪੁਰਖਾਂ ਦੀ ਅਵਗਿਆ ਹਮੇਸ਼ਾ ਦੁੱਖ ਦਿੰਦੀ ਹੈ। ਕਹਿੰਦੇ ਜਦੋਂ ਦੌੜ ਕੇ ਹਲੇ ਮਹਾਰਾਜ ਵੱਲ ਆ ਹੀ ਰਹੀ ਸੀ, ਸ਼ਰਮਾ ਤੋਂ ਭਾਵ ਹੁੰਦੀ ਉਸ ਵਕਤ ਉਹ ਸੋ ਕੂਕਰੀ ਬਣ ਗਈ। ਕੂਕਰੀ ਭਾਵ ਉਸੇ ਵਕਤ ਉਹਦਾ ਰੂਪ ਪਲਟ ਗਿਆ। ਹੁਣ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਵੱਲ ਕੌਣ ਦੇਖ ਸਕਦਾ? ਬ੍ਰਹਮ ਗਿਆਨੀ ਭਾਈ ਬਾਲਾ ਜੀ, ਧੰਨ ਗੁਰੂ ਨਾਨਕ ਦੇਵ ਜੀ ਦੇਖਦਿਆਂ ਸਾਰ ਹੀ ਕੁੱਤੀ ਦੇ ਰੂਪ ਵਿੱਚ ਪਲਟ ਗਈ। ਔਰ ਹੋਤੀ ਡਰ ਧਾਰ ਰੇਦਾ ਪਿੱਖ ਬਾਜ ਬਰੀ ਤਤਕਾਲ ਨਿਕੇਤੂ। ਅੱਜ ਪਤਾ ਲੱਗਿਆ ਪਹਿਲੀ ਵਾਰ ਕਿ ਕੋਈ ਆਇਆ ਹੈ। ਭੱਜ ਕੇ ਜਾ ਕੇ ਘਰੇ ਵੜ ਗਈਆਂ, ਆਪਣੇ ਦਰਵਾਜ਼ੇ ਬੰਦ ਕਰ ਲਏ। ਇਹ ਤਾਂ ਕੋਈ ਬਹੁਤ ਵੱਡਾ ਸਾਧੂ ਆ ਗਿਆ, ਲਓ ਬਈ ਹੁਣ ਆਪਣੀ ਸ਼ਾਮਤ ਆ ਗਈ ਸਭ ਦੀ। ਡਰਦੀਆਂ ਵੜ ਗਈਆਂ ਅੰਦਰ ਵੀ ਹੁਣ ਸਾਨੂੰ ਕੋਈ ਨਾ ਕੋਈ ਨਵੇਂ ਹੀ ਰੂਪ ਨਾ ਬਣਾ ਦੇਣ ਸਾਡੇ। ਦੇਖ ਕੇ ਸੰਗ ਵਧਿਓ ਫੁਰਕੈ ਬਹੁ ਸ੍ਰੀ ਗੁਰੂ ਕੋ ਨਿਜ ਦੇਵਨ ਭੂਤੂ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਭੇਤ ਦੇਣ ਲਈ ਭਾਈ ਮਰਦਾਨਾ ਜੀ ਜਿਵੇਂ ਹੁਣ ਉੱਥੇ ਬੰਨੇ ਹੋਏ ਸੀ ਰੱਸੀ ਨਾਲ, ਕਿੱਲੀ ਨਾਲ, ਆਪਣਾ ਭੇਤ ਦੇਣ ਵਾਸਤੇ ਫਰਕਾਉਂਦੇ ਨੇ, ਰੌਲਾ ਪਾਉਂਦੇ ਨੇ, ਮਹਾਰਾਜ ਮੈਂ ਇੱਧਰ ਹਾਂ। ਸਤਿਗੁਰੂ ਕਹਿੰਦੇ ਕੋਈ ਨਹੀਂ, ਜਾਣਦੇ ਆ, ਇੱਥੇ ਹੀ ਬੰਨਿਆ ਹੋਇਆ ਤੂੰ, ਅਸੀਂ ਤੈਨੂੰ ਦੇਖ ਲਿਆ ਹੈ। ਕਵਿਤ ਬੋਲੇ ਤਬ ਨਾਨਕ ਜੀ ਜਾਹੋ ਅਬ ਬਾਲਾ ਤੁਮ ਕੰਠ ਮਰਦਾਨ ਕੇਤੇ ਤੋਰ ਡਾਰ ਬੰਧਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਬਾਲਾ ਜੀ ਜਾਓ, ਭਾਈ ਮਰਦਾਨੇ ਦੇ ਗਲ ਦੇ ਵਿੱਚ ਉਹ ਜਿਹੜਾ ਧਾਗਾ ਜਾਂ ਉਹਨਾਂ ਨੇ ਪਾਇਆ ਹੋਇਆ ਨਾ, ਉਹ ਜਾ ਕਰਕੇ ਤੋੜ ਦੇਣਾ ਕਰੋ ਹੁਣੇ ਹੀ। ਆਇਸ ਕੋ ਪਾਏ ਤਤ ਕਾਲ ਢਿਗ ਜਾਏ ਕਰ ਕੰਠ ਜੇਉ ਤੰਤ ਸੋ ਕਿਨੋ ਹੈ ਨਿਕੰਦਨਾ। ਆਗਿਆ ਪਾ ਕਰਕੇ ਉਸ ਵਕਤ ਭਾਈ ਬਾਲਾ ਜੀ ਨੇ ਜਾ ਕਰਕੇ ਉਹ ਜਿਹੜਾ ਧਾਗਾ ਸੀ ਉਹ ਗਲ ਦੇ ਵਿੱਚੋਂ ਤੋੜ ਦਿੱਤਾ। ਮਨਵ ਕੀ ਦੇਹ ਭਾਈ ਫੇਰ ਮਰਦਾਨੇ ਹੂੰ ਕਿ ਆਏ ਗੁਰ ਪੂਰਨ ਕੋ ਕੀਨ ਤਬ ਬੰਧਨਾ। ਉਸ ਵਕਤ ਲਿਖਿਆ ਹੈ ਕਿ ਮਾਨਵ ਕੀ ਦੇਹ ਪਈ, ਫਿਰ ਬੰਦੇ ਦੀ ਦੇਹ ਹੀ ਬਣ ਗਈ ਉਸੇ ਵਕਤ। ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਨੇ ਮੱਥਾ ਟੇਕਿਆ। ਬੜੀ ਜੋ ਬਲਾਈ ਤਨ ਮਾਹ ਲਿਏ ਬਹਿਰਤ ਸੁਧ ਮਨ ਮੇਰੋ ਸੋ ਜਾਨੋ ਛੰਦ ਬੰਧਨਾ। ਸੋ ਇਸ ਕਰਕੇ ਜਿਹੜੀਆਂ ਇਹ ਬਹੁਤ ਵੱਡੀਆਂ ਬਲਾਵਾਂ ਸਨ, ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕਰਕੇ ਕੋਸ਼ਿਸ਼ ਕਰਦੀਆਂ ਸਨ ਕਿ ਅਸੀਂ ਇਹਨਾਂ ਨੂੰ ਆਪਣੇ ਕਾਬੂ ਕਰ ਲਈਏ। ਵੱਡੀ ਜੋ ਬਲਾਈ, ਬਹੁਤੀਆਂ ਵੱਡੀਆਂ ਬਲਾਵਾਂ ਵਿੱਚ ਆ ਕਰਕੇ ਭਾਈ ਮਰਦਾਨਾ ਜੀ ਕਹਿੰਦੇ ਮੈਂ ਫਸ ਗਿਆ ਸੀ ਮਹਾਰਾਜ। 3 ਮਾਹੇ ਲਈਏ ਬਿਹਰਤ, ਉਹਨਾਂ ਦੇ ਵਿੱਚ ਮੈਂ ਜਦੋਂ ਆ ਕੇ ਫਸਿਆ, ਮੈਨੂੰ ਮਹਾਰਾਜ ਤੁਸੀਂ ਇੱਥੇ ਲਈ ਫਿਰਦੇ ਹੋ। ਸੂਧੋ ਮਨ ਮੇਰੋ ਹੌਸੋ ਜਾਨੋ ਛੰਦ ਬੰਧਨਾ। ਮੇਰਾ ਤਾਂ ਮਨ ਬਿਲਕੁਲ ਸਿੱਧਾ ਜੀ, ਮੈਂ ਵਾਲ ਛਾਲ ਤਾਂ ਜਾਣਦਾ ਹੀ ਨਹੀਂ। ਮਹਾਰਾਜ ਨੂੰ ਉਲਟਾ ਕਹਿਣ ਲੱਗ ਪਿਆ ਕਿ ਤੁਸੀਂ ਮੈਨੂੰ ਇੱਥੇ ਕਿੱਥੇ ਲਈ ਫਿਰਦੇ ਹੋ, ਇਹ ਤਾਂ ਮੈਨੂੰ ਇਹਨਾਂ ਨੇ ਹੋਰ ਹੀ ਕੁਛ ਬਣਾਤਾ। ਹੁਣ ਮਹਾਰਾਜ ਨੇ ਤਾਂ ਪਹਿਲਾਂ ਕਿਹਾ ਸੀ ਨਾ ਜਾਈ ਉੱਥੇ ਭਾਈ ਮਰਦਾਨਾ, ਇਹ ਨਗਰ ਚੰਗਾ ਨਹੀਂ ਹੈ। ਨਾਨਕ ਬਖਾਨਾ ਸੁਨ ਕਾਨ ਮਰਦਾਨਾ ਨਹਿ ਬੈਨ ਮਮ ਮਾਨਾ ਤੁਮ ਕਰੀ ਮਨ ਭਾਈਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣ ਮਰਦਾਨਿਆ, ਕੰਨ ਦੇ ਕੇ ਸੁਣ, ਅਸੀਂ ਤੈਨੂੰ ਕਿਹਾ ਸੀ ਤੂੰ ਨਾ ਜਾਈ ਉੱਥੇ, ਤੂੰ ਕਿਹੜਾ ਸਾਡਾ ਬਚਨ ਮੰਨਿਆ। ਹੁਣ ਤੂੰ ਬਣਦਾ ਵੀ ਮੈਂ ਬੜਾ ਜੀ ਸਿੱਧਾ ਸਾਦਾ, ਮੇਰੇ 'ਚ ਵਲ ਛਲ ਨਹੀਂ ਹੈ। ਜੇ ਤੂੰ ਇੰਨਾ ਸਿੱਧਾ
ਫਿਰ ਗੁਰੂ ਸਾਹਿਬ ਦਾ ਬਚਨ ਕਿਉਂ ਨਹੀਂ ਮੰਨਿਆ? ਪੰਤ ਪਰ ਸਪਾਰਿਐ ਸਹੀ ਬਚਨ ਗੁਰੂ ਤਾਹੀ ਕਾਲ ਵਿਖੈ ਕੰਤ ਅੰਗਨਾ ਕੇ ਆਈਆ। ਆਪਸ ਦੇ ਵਿੱਚ ਇਉਂ ਹੀ ਬਚਨ ਕਰ ਰਹੇ ਸਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ, ਔਰ ਕੰਤ ਅੰਗਨਾ ਕੇ ਆਈਆ। ਇਸਤਰੀਆਂ ਦੇ ਜਿਹੜੇ ਪਤੀ ਸਨ ਉਸ ਵਕਤ ਉਹ ਆ ਗਏ। ਦੌਰ ਕਰ ਕੁਕਰਿਓ ਮਿਡੀ ਗਈ ਪਤ ਪਾਸ ਗੁਰੂ ਦਿਸ ਹੋਏ ਬਾਰ ਬਾਰ ਤਾਂ ਬਤਾਈਆ। ਜਦੋਂ ਉਹਨਾਂ ਦੇ ਪਤੀ ਆਏ ਤਾਂ ਉਹ ਜਿਹੜੀ ਕੂਕਰੀ ਬਣੀ ਹੋਈ ਸੀ, ਇੱਕ ਭੇਡ ਬਣੀ ਹੋਈ ਸੀ, ਆਪਣੇ ਪਤੀਆਂ ਕੋਲ ਦੌੜ ਕੇ ਗਈਆਂ ਔਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਜੀ ਵੱਲ ਇਸ਼ਾਰੇ ਕਰਕੇ ਵਾਰ-ਵਾਰ ਪਤੀਆਂ ਨੂੰ ਕਹਿੰਦੀਆਂ ਨੇ ਕਿ ਉਹਨਾਂ ਨੂੰ ਕਹੋ ਸਾਨੂੰ ਠੀਕ ਕਰ ਦੇਣ, ਅਸੀਂ ਆਹ ਸਾਡੇ ਰੂਪ ਪਲਟਾ ਦਿੱਤੇ ਨੇ ਉਹਨਾਂ ਨੇ। ਬੋਲਣ ਸਕਤ ਨਹੀਂ ਇਹ ਤੋ ਉਤ ਦੌਰੀ ਫੇਰੈ ਬਲੰਗ ਲੋ ਹਲਾਏ ਫਰ ਰਾਏ ਸਮਝਾਈਆ। ਬੋਲਣ ਦੀ ਸ਼ਕਤੀ ਤਾਂ ਹੈ ਨਹੀਂ, ਪਰ ਇੱਧਰ ਉੱਧਰ ਦੌੜੀਆਂ ਫਿਰਦੀਆਂ ਨੇ, ਪੂਛ ਹਿਲਾਉਂਦੀਆਂ ਨੇ, ਫੁਰਕਾਟੇ ਮਾਰਦੀਆਂ ਨੇ ਕਿ ਉੱਥੇ ਕਹੋ, ਉਹਨਾਂ ਨੂੰ ਕਹੋ ਵੀ ਸਾਨੂੰ ਠੀਕ ਕਰ ਦੇਣ। ਈ ਨਿਜ ਦੇਖ ਕਰ ਚਿੰਤ ਮੈਂ ਬਸੇਖ ਭਏ ਜਾਣੇ ਕਲਾਵਾਨ ਇਹ ਸੰਤ ਕੋ ਆਈਆ। ਆਪਣੀਆਂ ਇਸਤਰੀਆਂ ਨੂੰ ਇਸ ਹਾਲਤ ਵਿੱਚ ਦੇਖ ਕੇ ਚਿੰਤਾ 'ਚ ਹੋ ਗਏ ਉਹ ਬੰਦੇ, ਜਾਣ ਲਿਆ ਵੀ ਇਹ ਕੋਈ ਬਹੁਤ ਪੂਰਨ ਪੁਰਖ ਮਹਾਂਪੁਰਖ ਸਾਡੇ ਇਲਾਕੇ ਵਿੱਚ ਆਏ ਹਨ। ਦਮਨ ਹੈ ਕਿਨੋ ਇਨ ਭਇਓ ਵਿਪਰੀਤ ਸੋ ਕੁਕਰਿਓ ਮੀਡੀ ਬਨ ਮਨ ਦੁਖ ਪਾਈਆ। ਸੋ ਇਹਨਾਂ ਸਾਡੀਆਂ ਇਸਤਰੀਆਂ ਨੇ ਜਿਵੇਂ ਆਮ ਬੰਦਿਆਂ ਦੇ ਗਲਾਂ 'ਚ ਪਾਈ ਜਾਂਦੀਆਂ ਸੀ ਟਾਮਣ ਜੇ ਕਰ ਕਰਕੇ ਟੂਣੇ ਟਾਮਣ, ਇਹਨਾਂ ਦੇ ਵੀ ਕੋਸ਼ਿਸ਼ ਕੀਤੀ ਹੋਣੀ ਆ ਵੀ ਅਸੀਂ ਇਹਨਾਂ ਨੂੰ ਬਣਾ ਦਈਏ, ਪਰ ਇਹ ਉਲਟੇ ਹੀ ਪੈ ਗਏ ਇਹਨਾਂ ਨੂੰ। ਉਹ ਆਪ ਹੀ ਕੂਕਰੀ ਤੇ ਮੀਂਢੀ ਬਣ ਗਈਆਂ। ਜਿਵੇਂ ਆਪ ਜੀ ਨੂੰ ਪਹਿਲਾਂ ਵੀ ਇੱਕ ਵਾਰ ਪੁਰਾਣੀ ਪਹਿਲੀ ਜਪਜੀ ਸਾਹਿਬ ਦੀ ਕਥਾ 'ਚ ਦੱਸਿਆ ਹੋਇਆ ਨਾ ਸੰਗਤ ਨੂੰ, ਕਿ ਜਿਵੇਂ ਕਲਕੱਤੇ ਆਪਣੇ ਸਿੰਘ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਜਾ ਗਏ ਹੋਏ ਸੀ ਦਾਤਣਾ ਲੈਣ, ਬਾਹਰ ਸੀ ਜਿੱਥੇ ਕਿੱਕਰਾਂ ਹੁੰਦੀਆਂ ਕਲਕੱਤੇ ਤੋਂ ਬਾਹਰ, ਤਾਂ ਉੱਥੇ ਇੱਕ ਸਾਧੂ ਜਿਹਾ ਝੌਂਪੜੀ ਬਣਾ ਕੇ ਰਹਿੰਦਾ, ਉਹ ਧਾਗਾ ਜਿਹਾ ਫੜਾ ਦਿੰਦਾ ਹੁੰਦਾ ਸੀ ਵੀ ਧਾਗਾ ਫੜੀ ਆ ਵੱਟ ਜੇ ਚਾੜਨੇ ਆ, ਨਾਲੇ ਮੰਤਰ ਪੜ੍ਹੀ ਜਾਣਾ। ਉਹ ਤਾਂਬੇ ਦੀ ਤਾਰ ਬਣ ਕੇ ਦੂਜੇ ਦਾ ਗਲ ਵੜ ਦਿੰਦਾ ਹੁੰਦਾ ਸੀ ਧਾਗਾ ਜਿਹਾ, ਬੰਦੇ ਨੇ ਮਰ ਜਾਣਾ। ਇਹ ਜਿਹੜਾ ਸਿੰਘ ਦਾਤਣਾ ਲੈਣ ਗਿਆ ਸੀ ਤਾਂ ਉਹ ਅਨਪੜ੍ਹ ਸੇਵਾ ਹੀ ਕਰਦਾ ਹੁੰਦਾ ਸੀ, ਪਰ ਮੂਲ ਮੰਤਰ ਬਹੁਤ ਪੜ੍ਹਦਾ ਸੀ। ਉਹਨੇ ਦਿਨ ਰਾਤ ਬਸ ਮੂਲ ਮੰਤਰ ਪੜ੍ਹੀ ਜਾਣਾ, ਸੇਵਾ ਕਰੀ ਜਾਣੀ। ਜਦ ਇਹਨੇ ਸਾਧੂ ਨੇ ਧਾਗਾ ਜਿਹਾ ਫੜਾਇਆ ਬਈ ਮੈਂ ਇਹਨੂੰ ਵੀ ਮਾਰ ਦਿਆਂ, ਉਹਨੂੰ ਐਵੇਂ ਸਵਾਦ ਹੀ ਪਿਆ ਹੋਇਆ ਸੀ। ਉਸ ਵਕਤ ਜਦ ਮੰਤਰ ਜਿਹਾ ਪੜ੍ਹਿਆ ਧਾਗਾ ਫੜਾ ਕੇ, ਹੁਣ ਉਧਰ ਮੂਲ ਮੰਤਰ ਇੱਧਰ ਕੱਲਾ ਮੰਤਰ, ਉਹ ਧਾਗਾ ਉਲਟ ਕੇ ਸਾਧ ਦੇ ਗਲ ਤੇ ਵੱਜਿਆ, ਉਹੀ ਚੜ੍ਹਾਈ ਕਰ ਗਿਆ। ਉਲਟ ਜਾਂਦਾ ਮੰਤਰ, ਜੇ ਮੂਹਰੇ ਤਾਕਤ ਜ਼ਿਆਦੇ ਹੋਵੇ ਫਿਰ ਆ ਕੇ ਵਾਰ ਕਰਦਾ, ਵਾਰ ਕਰਕੇ ਫਿਰ ਉਲਟ ਜਾਂਦਾ। ਉਲਟਿਆ ਜਦੋਂ ਚੜ੍ਹਾਈ ਕਰ ਗਿਆ, ਉਹ ਉੱਥੋਂ ਦੌੜੇ ਬੱਸ ਚੜ੍ਹ ਕੇ ਆ ਗਏ, ਮਹਾਂਪੁਰਖਾਂ ਨੂੰ ਆ ਕੇ ਦੱਸਿਆ, ਕਹਿੰਦੇ ਭਾਈ ਅੱਜ ਚੜ੍ਹਾਈ ਕਰ ਜਾਣੀ ਸੀ ਤੂੰ, ਪਰ ਇਹ ਮੂਲ ਮੰਤਰ ਕਰਕੇ ਬਚਾਅ ਹੋ ਗਿਆ ਤੇਰਾ। ਇਸ ਤਰ੍ਹਾਂ ਇਹ ਕਈ ਚੀਜ਼ਾਂ ਐਸੀਆਂ ਦੇਖੀਆਂ ਹੋਈਆਂ ਵੀ ਨੇ ਅਸੀਂ। ਇਹ ਠੀਕ ਆ ਕਿ ਆਪਾਂ ਨੂੰ ਲੁਕਾਉਣ ਦੇ ਮਾਰੇ ਭਾਵੇਂ ਕਹਿ ਦਿਓ ਇਹਨਾਂ ਤਾਕਤ ਨਹੀਂ ਹੁੰਦੀ, ਪਰ ਐਸੀਆਂ ਗੱਲਾਂ ਹੁੰਦੀਆਂ ਨੇ। ਕਈ ਵਾਰ ਅਸੀਂ ਕਈ ਚੀਜ਼ਾਂ ਨਹੀਂ ਵੀ ਸਟੇਜ ਤੇ ਸੁਣਾਉਂਦੇ, ਪਰ ਬਹੁਤ ਸਾਰੇ ਕਿਸੇ ਕਈ ਵਾਰ, ਕਿਉਂਕਿ ਮਹਾਂਪੁਰਖਾਂ ਦੇ ਦੋਖੀ ਵੀ ਬੜੇ ਸੀ, ਕਈ ਵਾਰ ਇਹੀਆਂ ਜਿਹੀਆਂ ਗੱਲਾਂ ਕਰ ਵੀ ਜਾਂਦੇ ਸੀ ਉਹ, ਪਰ ਉੱਥੇ ਚੱਲਦੀ ਕੋਈ ਚੀਜ਼ ਨਹੀਂ ਹੁੰਦੀ। ਕਿਉਂਕਿ ਜਿੱਥੇ ਬੰਦਗੀ ਹੈ, ਸਿਮਰਨ ਹੈ, ਪਾਠ ਅਭਿਆਸ ਹੈ, ਉੱਥੇ ਲੋਕ ਆਪਣੀ ਕੋਸ਼ਿਸ਼ ਜ਼ਰੂਰ ਕਰਦੇ ਨੇ। ਜਿਵੇਂ ਲੈਸਟਰ ਸ਼ਹਿਰ ਦੇ ਵਿੱਚ ਇੰਗਲੈਂਡ 'ਚ ਪਟਵਾਰੀ ਜੀ ਨਾਲ ਹੋਇਆ ਸੀ, ਮੇਰੇ ਹੁੰਦਿਆਂ ਹੀ ਇਸ ਵਾਰੀ ਉਹਨਾਂ ਚੜ੍ਹਾਈ ਕੀਤੀ ਆ। ਸੋ ਉਹਨਾਂ ਨੂੰ ਵੀ ਲੈ ਗਏ ਸੀ ਇੱਕ ਮੁਸਲਮਾਨ ਫਕੀਰ ਕੋਲੇ। ਉਹ ਹੁਣ 32 ਮਾਲਾ ਕਹਿੰਦੇ ਮੈਂ ਰੋਜ਼ ਕਰਦਾ ਮੂਲ ਮੰਤਰ ਦੀਆਂ, 33 ਮਾਲਾ ਕਰਦੇ ਸੀ ਉਹ 31 ਸਾਲਾਂ ਤੋਂ। 31 ਸਾਲ ਸੰਤ ਮਾਝਾ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਸੰਗੀ ਸਨ ਉਹ। ਤਾਂ ਉਸ ਵਕਤ ਜਦੋਂ ਲੈ ਕੇ ਗਏ ਤਾਂ ਉੱਥੇ ਵੀ ਕੰਮ ਪੁੱਠਾ ਹੀ ਪੈ ਗਿਆ ਸੀ। ਫਿਰ ਉਹ ਤਾਂਤਰਿਕ ਜੇ ਨੂੰ ਉਹ ਚੁੱਕ ਕੇ ਕੰਧ ਨਾਲ ਕੁਰਸੀ ਵੱਜੀ ਸੀ। ਅੱਜ ਤੱਕ ਸਾਰੀ ਇੰਗਲੈਂਡ ਦੀ ਸੰਗਤ ਇਹ ਗੱਲ ਜਾਣਦੀ ਆ, ਸਾਰੇ ਇੰਗਲੈਂਡ ਵਿੱਚ ਮਸ਼ਹੂਰ ਆ। ਉਹਨਾਂ ਦਿਨਾਂ 'ਚ ਅਖਬਾਰਾਂ 'ਚ ਆਈ ਸੀ ਗੱਲ, ਇੱਥੇ ਵੀ ਆਈ ਸੀ, ਕੈਨੇਡਾ ਵਿੱਚ ਵੀ ਲੋਕਾਂ ਨੂੰ ਪਤਾ, ਆਸਟ੍ਰੇਲੀਆ 'ਚ ਵੀ ਪਤਾ, ਬਹੁਤ ਸਾਰੇ ਥਾਵਾਂ 'ਤੇ ਗੱਲ ਫੈਲੀ ਵੀ ਸੀ। ਇਸ ਕਰਕੇ ਜਿਹੜਾ ਮੂਲ ਮੰਤਰ ਦੀ ਪਾਵਰ ਹੈ, ਤਾਕਤ ਹੈ, ਇਹਦੇ ਬਰਾਬਰ ਨਹੀਂ ਹੋਰ ਕੁਛ
ਥੱਲੇ ਥੱਲੇ ਹੀ ਹੈ ਸਭ ਕੁਝ। ਜਿਹੜਾ ਮੂਲ ਮੰਤਰ ਦਾ ਅਭਿਆਸੀ ਹੈ ਉਹ ਸਭ ਤੋਂ ਹੀ ਸ਼੍ਰੋਮਣੀ ਹੋ ਜਾਂਦਾ। ਜਪਜੀ ਸਾਹਿਬ ਵੀ ਉਹੀ ਚੀਜ਼ ਹੈ। ਔਰ ਇਸੇ ਪ੍ਰਕਾਰ ਬਾਣੀ ਪੜ੍ਹਨ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਹੁੰਦੀ, ਵਾਹਿਗੁਰੂ ਮੰਤਰ ਨਾਲ ਮਿਹਰ ਹੁੰਦੀ ਹੈ। ਚਲੇ ਨਹਿ ਜਾਏ ਇਸ ਬਿਦ ਕੀ ਬਣਾਏ, ਅਬ ਕੀਨੀ ਖਤਾ ਜੋ ਲਹਿ ਜਾਤੋ ਬਖਸਾਈਆ। ਹੁਣ ਇਹ ਕਿਤੇ ਸੰਤ ਚਲੇ ਹੀ ਨਾ ਜਾਣ, ਪਤੀਆਂ ਨੂੰ ਫਿਕਰ ਹੋ ਗਿਆ ਸਾਡੀਆਂ ਤਾਂ ਇਸਤਰੀਆਂ ਬਦਲੀ ਦਿੱਤੀਆਂ ਇਹਨਾਂ ਨੇ। ਚਲੋ ਬਈ ਸਾਰੇ ਜਾਣੇ ਇਕੱਠੇ ਹੋ ਕੇ ਮਾਫੀ ਮੰਗਦੇ ਆ। ਹੁਣ ਇਹਨਾਂ ਸੰਤਾਂ ਨੂੰ ਬੇਨਤੀ ਕਰੀਏ, ਦੌਰ ਦੋਨੋਂ ਮੇਰੇ ਚਰਨ ਗਹਿ ਆਨ ਕਰ ਭਏ, ਮਨ ਦੀਨ ਕੀਨੀ ਬੇਨਤੀ ਵਡਾਈਆ। ਦੌੜ ਕੇ ਦੋਨੋਂ ਜਾਣੀਏ ਜਾਂ ਉਹਨਾਂ ਦੇ ਪਤੀ ਕਹਿੰਦੇ ਮੇਰੇ ਹੀ ਚਰਨ ਗਏ ਆਨ ਕਰ। ਭਾਈ ਬਾਲਾ ਜੀ ਕਹਿੰਦੇ ਮੇਰੇ ਪੈਰ ਫੜ ਲਏ ਆ ਕਰਕੇ ਉਹਨਾਂ ਨੇ, ਔਰ ਬਹੁਤ ਦੀਨ ਹੋ ਕਰਕੇ ਦੋਨੇ ਭਏ ਤੋਂ ਭਾਵ ਦੋਨੋਂ ਪਤੀ ਬਹੁਤ ਬੇਨਤੀਆਂ ਕਰਨ ਲੱਗੇ, ਵਡਿਆਈਆਂ ਕਰਨ ਲੱਗੇ। ਪਾਣੀ ਮੈਂ ਬਖਾਨੀ ਜਾਹੋ ਤਾਹੀਂ ਪਾਸ ਬੰਦ, ਪਾਣੀ ਬਖਸ਼ਨ ਹਾਰ ਸੋ ਖਤਾ ਕੀਨੀ ਜਾਹੀ ਕੀ। ਮੈਂ ਉਹ ਭਾਈ ਬਾਲਾ ਜੀ ਕਹਿੰਦੇ ਕਿਹਾ, ਬਚਨ ਕਹੇ ਉਹਨਾਂ ਨੂੰ, ਜਾਹੋ ਤਾਹੀਂ ਪਾਸ ਬੰਦ ਪਾਨੀ। ਉਹ ਮੈਨੂੰ ਕਾਹਨੂੰ ਫੜਦੇ ਆ, ਉਹਨਾਂ ਦੇ ਹਜ਼ਾਰ ਚਰਨੀ ਪਾਓ, ਜਾ ਕੇ ਹੱਥ ਜੋੜ ਕੇ ਮਾਫੀ ਮੰਗੋ। ਬਖਸ਼ਨਹਾਰ ਸੋ ਖਤਾ ਕੀਨੀ ਜਾਹੀ ਕੀ। ਜਿਨ੍ਹਾਂ ਦੀ ਉਹ ਬੇਅਦਬੀ ਕੀਤੀ, ਤੁਹਾਨੂੰ ਪਤਾ ਨਹੀਂ ਕੌਣ ਨੇ ਇਹ, ਤੁਸੀਂ ਬੇਅਦਬੀ ਕਰਨ ਤੁਰ ਪਏ। ਤੁਸੀਂ ਵੀ ਕਈ ਸਾਲਾਂ ਦੇ ਗਿੱਜੇ ਹਰੇਕ ਨੂੰ ਹੀ ਪੈਂਦੇ ਸੀ ਟੁੱਟ ਕੇ, ਹੁਣ ਦੇਖ ਲਓ ਸਵਾਦ। ਸੋ ਇਸ ਕਰਕੇ ਕਈ ਵਾਰ ਹੁੰਦਾ। ਫਿਰ ਉਹ ਪਟਵਾਰੀ ਜੀ ਨੂੰ, ਉਹ ਇੰਗਲੈਂਡ ਦੀ ਗੱਲ 'ਚ ਪਟਵਾਰੀ ਜੀ ਨੂੰ ਫਿਰ ਬੁਲਾਇਆ। ਉਹ ਦੂਜੇ ਕੁ ਦਿਨ ਹਸਪਤਾਲ ਤੋਂ ਜਾਂ ਮੁੜਿਆ, ਸੱਟਾਂ ਸੁੱਟਾਂ ਵੀ ਵੱਜ ਗਈਆਂ ਸੀ ਉਹਨੂੰ, ਆ ਕਰਕੇ ਫਿਰ ਸੋ ਉਸ ਵਕਤ ਬੁਲਾਇਆ ਜਦ, ਫਿਰ ਦੋਵੇਂ ਪੈਰ ਫੜ ਲਏ ਔਰ ਭੇਟਾ ਵੀ ਦੇਵੇ, ਨਾਲ ਪੌਂਡ ਵੀ ਦੇਵੇ, ਸੋਨਾ ਵੀ ਦੇਵੇ। ਕਾਹਦੇ ਲਈ? ਅਖੇ ਜਿਹੜਾ ਤੇਰੇ ਕੋਲ ਇਲਮ ਹੈ ਉਹ ਦੱਸ ਮੈਨੂੰ ਕਿਹੜਾ। ਕਹਿੰਦਾ ਮੈਂ 14 ਇਲਮ ਸਿੱਧ ਕੀਤੇ, ਅਫਰੀਕਾ ਤੋਂ ਆ ਕੇ ਵਸਿਆ ਸੀ ਉਹ ਇੱਥੇ। 14 ਇਲਮ ਸਿੱਧ ਕੀਤੇ ਨੇ, ਪਰ ਆਹ ਤੇਰੇ ਵਾਲਾ ਇਲਮ ਬੜਾ ਜ਼ਬਰਦਸਤ ਹੈ, ਮੇਰੇ ਸਾਰੇ ਹੀ ਫੇਲ ਹੋ ਗਏ ਇੱਥੇ। ਸੋ ਪਟਵਾਰੀ ਜੀ ਕਹਿਣ ਲੱਗੇ, ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ, ਉਹ ਕਹਿਣ ਲੱਗੇ ਬਈ ਭਾਈ ਇਹਦੇ ਲਈ ਤਾਂ ਅੰਮ੍ਰਿਤ ਛਕਣਾ ਪੈਣਾ। ਉਹ ਬੜੇ ਸਿੱਧੇ ਸਾਦੇ ਮਹਾਂਪੁਰਖ, ਭਾਈ ਇਹ ਤਾਂ ਅੰਮ੍ਰਿਤ ਛਕਣਾ ਪੈਣਾ 5 ਪਿਆਰਿਆਂ ਤੋਂ। 5 ਪਿਆਰੇ ਤੈਨੂੰ ਫਿਰ ਦੇਣਗੇ ਮੂਲ ਮੰਤਰ, ਗੁਰ ਮੰਤਰ, ਨਿਤਨੇਮ। ਫਿਰ ਤੈਨੂੰ ਇਹਦਾ ਅਭਿਆਸ ਕਰਨਾ ਪਵੇਗਾ। ਜਦ ਤੂੰ ਅਭਿਆਸ ਕਰੇਗਾ ਨਾ, ਫਿਰ ਇਹ ਤਾਕਤ ਆਉਂਦੀ ਸਰੀਰ 'ਚ। ਫਿਰ ਉਹ ਕਹਿੰਦਾ ਨਾ ਇਹ ਤਾਂ ਨਹੀਂ ਮੈਂ ਕਰ ਸਕਦਾ, ਅੰਮ੍ਰਿਤ ਨਹੀਂ ਛਕ ਸਕਦਾ, ਮੈਂ ਆਪਣਾ ਧਰਮ ਨਹੀਂ ਛੱਡ ਸਕਦਾ। ਕਹਿੰਦਾ ਮੈਂ ਇੰਗਲੈਂਡ ਹੀ ਛੱਡ ਜਾਂਦਾ। ਫਿਰ ਵੀ ਦੇਖ ਲਓ, ਇੰਗਲੈਂਡ ਛੱਡ ਕੇ ਵਾਪਸ ਅਫਰੀਕਾ ਚਲਿਆ ਗਿਆ ਉਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਜਿਹੜੇ ਬੇਅਦਬੀ ਕੀਤੀ, ਭਾਈ ਬਾਲਾ ਜੀ ਕਹਿੰਦੇ ਜਾਓ, ਜਾ ਕੇ ਉਹਨਾਂ ਦੇ ਚਰਨੀ ਪੈ ਜਾਓ, ਬਖਸ਼ਾ ਲਓ। ਤਾਈ ਕਰ ਪਾਏ ਗਏ ਜਾਏ ਗੁਰੂ ਨਾਨਕ ਕੇ, ਦੂਰ ਅਬ ਕੀਜੈ ਰਿਸ ਕੀਨੀ ਜੋਗ ਨਾਹਿ ਕੀ। ਧਾ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਜਾ ਕੇ। ਹੇ ਮਹਾਰਾਜ ਹੁਣ ਆਪਣਾ ਵੀਰ ਰਸ ਦੂਰ ਕਰੋ। ਜੋ ਇਹਨਾਂ ਨੇ ਗੁਨਾਹ ਕੀਤਾ, ਜੋ ਗਲਤੀ ਕੀਤੀ ਆ, ਉਹ ਕਿਰਪਾ ਕਰਕੇ ਮਾਫ ਕਰ ਦਿਓ ਜੀ। ਜੋਗਤਾ ਕੋ ਚੀਲ ਨ ਹੈ ਜਾਣਤਾ ਹੈ ਸੰਤ ਸੀਲ, ਭਲੀ ਭੂਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਸੋ ਇਹ ਜਿਹੜੀਆਂ ਜੋਖਤਾ ਤੋਂ ਭਾਵ ਕੁਚੀਲ ਇਸਤਰੀਆਂ ਨੇ ਨਾ, ਇਹ ਨਹੀਂ ਜਾਣਦੀਆਂ ਸੰਤ ਸੀਲ ਸੁਭਾਅ। ਸੀਲ ਸੁਭਾਅ ਕੀ ਹੁੰਦਾ? ਮਹਾਂਪੁਰਖਾਂ ਦਾ ਸੀਲ ਸੁਭਾਅ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਿਨਾਂ ਹੁੰਦੇ ਨੇ ਮਹਾਂਪੁਰਖ। ਇਹਨਾਂ ਦੀ ਮੱਤ ਹਮੇਸ਼ਾ ਹੀ ਭੁੱਲੀ ਹੈ, ਜਿਹੜੀਆਂ ਹਮੇਸ਼ਾ ਵਿਕਾਰੀ ਜੀਵਨ ਹੀ ਬਤੀਤ ਕਰਦੀਆਂ, ਵਿਕਾਰਾਂ ਨੂੰ ਹੀ ਭੋਗਦੀਆਂ ਹਨ। ਕਰਮ ਕਮਾਇਓ ਜਸ ਪਾਇਓ ਫਲ, ਇਨੈ ਤਸ ਸਾਧ ਉਪਕਾਰੀ ਹੋਤ ਇੱਛਾ ਨਾਹੀਂ ਕਾਹੇ ਕੀ। ਇਹਨਾਂ ਨੇ ਜਿਹੜਾ ਜਿਹਾ ਹੁਣ ਕਰਮ ਕੀਤਾ ਸੀ ਮਾੜਾ, ਦੇਖੋ ਉਹ ਜਿਹਾ ਫਲ ਇਹਨਾਂ ਨੇ ਪਾ ਲਿਆ ਮਹਾਰਾਜ। ਔਰ ਦੇਖੋ ਉਹਨਾਂ ਨੂੰ ਫਲ ਮਿਲ ਗਿਆ ਹੈ, ਪਰ ਤੁਸੀਂ ਉਪਕਾਰੀ ਸਾਧੂ ਮਹਾਤਮਾ ਹੋ। ਸੋ ਇਸ ਕਰਕੇ ਸਾਨੂੰ ਹੋਰ ਕੋਈ ਇੱਛਾ ਨਹੀਂ, ਇਹਨਾਂ ਨੂੰ ਠੀਕ ਕਰ ਦਿਓ। ਤੁਹਾਨੂੰ ਵੀ ਹੋਰ ਕੋਈ ਇੱਛਾ ਨਹੀਂ ਹੈ ਮਹਾਰਾਜ, ਤੁਸੀਂ ਕਿਰਪਾ ਕਰਕੇ ਇਹਨਾਂ ਦੋਨਾਂ ਨੂੰ ਦੁਬਾਰ ਤੋਂ ਫਿਰ ਇਸਤਰੀਆਂ ਬਣਾ ਦਿਓ ਜੀ। ਸਵਈਆ ਮੰਦਮਤੀ ਮਨ ਮੂਰਖ ਏ, ਜਿਨ ਸੰਤਨ ਸੋਠ ਟਾਮਨ ਕੀਨਾ। ਇਹ ਬਹੁਤ ਖੋਟੀ ਬੁੱਧੀ ਵਾਲੀਆਂ ਮੂਰਖ ਇਸਤਰੀਆਂ ਨੇ, ਜਿਨ੍ਹਾਂ ਸੰਤਾਂ ਦੇ ਨਾਲ ਉੱਠ ਕੇ ਟੂਣੇ ਟਾਮਣ ਕਰਨੇ ਸ਼ੁਰੂ ਕਰ ਦਿੱਤੇ। ਠੌਰ ਕਠੌਰ ਨਾ ਜਾਣਤ ਹੈ, ਨਿਤ ਆਤਰ ਕਾਮ ਤੇ ਹੋਤ ਅਧੀਨਾ। ਇਹ ਵਿਸ਼ੇ ਵਿਕਾਰੀਆਂ ਵਾਲੀਆਂ ਜੀਵ ਇਸਤਰੀਆਂ ਜਿਹੜੀਆਂ ਨੇ ਸੰਸਾਰ ਦੇ ਅੰਦਰ ਥਾਂ ਕਥਾਂ ਨਹੀਂ ਜਾਣਦੀਆਂ,
ਇੱਕ ਚੀਜ਼ ਨੋਟ ਕਰਨ ਵਾਲੀ ਹੈ ਕਿ ਮਹਾਰਾਜ ਨੇ ਵਚਨ ਕੀਤਾ ਨਾ, ਰੋਗੀ ਕੇ ਭਾਣਾ ਸਭ ਰੋਗੀ। ਇਹ ਮੈਂ ਇੱਕ ਚੀਜ਼ ਜ਼ਿੰਦਗੀ 'ਚ ਆਪਣੀ ਦੇਖੀ, ਜਿਹੜਾ ਬੰਦਾ ਵਿਕਾਰੀ ਹੈ ਨਾ, ਉਹ ਸਾਰਿਆਂ ਨੂੰ ਹੀ ਵਿਕਾਰੀ ਸਮਝਦਾ ਹੁੰਦਾ ਵੀ ਪਤਾ ਨਹੀਂ ਇੰਨੇ ਵਿਕਾਰ ਸਾਰਿਆਂ ਦੇ ਅੰਦਰ ਹੀ ਨੇ। ਜਿਹੜਾ ਰੋਗੀ ਆ ਉਹ ਕਹਿੰਦਾ ਸਾਰੇ ਰੋਗੀ ਨੇ, ਕਾਮੀ ਕਹਿੰਦਾ ਕਾਮੀ ਨੇ, ਕ੍ਰੋਧੀ ਕਹਿੰਦਾ ਸਾਰੇ ਕ੍ਰੋਧੀ ਹੋਣੇ ਆ। ਪਰ ਨਹੀਂ, ਵਿਕਾਰ ਜਿਹੜੇ ਹੁੰਦੇ ਨੇ ਉਹ ਗੁਰਸਿੱਖਾਂ ਦੇ ਜਿਨ੍ਹਾਂ ਤੇ ਬਹੁਤ ਕਿਰਪਾ ਹੁੰਦੀ ਆ, ਹੌਲੀ ਹੌਲੀ ਸਭ ਸ਼ਾਂਤ ਹੋ ਜਾਂਦੇ ਨੇ, ਨਾਸ ਹੋ ਜਾਂਦੇ ਨੇ। ਗੁਰੂ ਸਾਹਿਬ ਦੀ ਕਿਰਪਾ ਨਾਲ ਮਨ ਦੇ ਅੰਦਰ ਠਾਰ ਪੈ ਜਾਂਦਾ, ਠੰਡ ਪੈ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਉਹਨਾਂ ਦੀਆਂ ਦੂਰ ਹੋ ਜਾਂਦੀਆਂ। ਪਰ ਕਹਿੰਦੇ ਖੋਟੀ ਬੁੱਧੀ ਵਾਲੀਆਂ ਐਂ ਸਮਝਦੀਆਂ ਕਿ ਹਰੇਕ ਬੰਦਾ ਹੀ ਇਸ ਪ੍ਰਕਾਰ ਦਾ ਹੁੰਦਾ ਹੈ। ਆਪ ਕਰੋ ਕਰਨਾ ਕਰਨਾ ਕਰ, ਤੋ ਸਰਨਾ ਪਰਨਾ ਹਮ ਲੀਨਾ। ਮਹਾਰਾਜ ਸੱਚੇ ਪਾਤਸ਼ਾਹ ਆਪ ਹੁਣ ਕਿਰਪਾ ਕਰੋ ਜੀ, ਇਹ ਕਿਰਪਾ ਦੀ ਖਾਣ। ਤੋ ਸ਼ਰਨਾ ਪਰਨਾ ਹਮ ਲੀਨਾ, ਤੁਹਾਡੀ ਸ਼ਰਨ ਦਾ ਪਰਨਾ ਹੁੰਦਾ ਆਸਰਾ ਅਸੀਂ ਲੈ ਲਿਆ। ਮਾਨਵ ਕੀ ਦੇਹ ਕਰੋ, ਇਨਕੀ ਬਖਸ਼ੋ ਅਪਰਾਧ ਤੁਮੇ ਪ੍ਰਭ ਚੀਨਾ। ਅਸੀਂ ਆਪ ਜੀ ਨੂੰ ਸੁਆਮੀ ਮਾਲਕ ਪਰਮੇਸ਼ਰ ਰੂਪ ਜਾਣਿਆ ਹੈ। ਤੁਸੀਂ ਕਿਰਪਾ ਕਰੋ, ਇਹਨਾਂ ਦੀ ਜਿਹੜੀ ਦੇਹੀ ਬਣਾਤੀ ਨਾ, ਪਲਟਾ ਦਿੱਤੀ ਹੋਰ ਪਾਸੇ ਨੂੰ ਹੀ, ਕੁਕਰੀ ਬਣਾਤੀ, ਭੇਡ ਬਣਾਤੀ, ਇਹਨਾਂ ਨੂੰ ਫੇਰ ਤੋਂ ਜਿਹੜੀ ਹੈ ਮਾਨਵ ਦੇਹੀ ਵਾਪਸ ਦੇ ਦਿਓ। ਗੁਰੂ ਨਾਨਕ ਆਨਨ ਭੈਣ ਬਣੈ, ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਏਦਾਂ ਨਹੀਂ, ਸਿੱਖੀ ਮਨਜ਼ੂਰ ਕਰੋ ਪਹਿਲਾਂ, ਵੀ ਅਸੀਂ ਪੂਰਨ ਗੁਰਸਿੱਖਾਂ ਵਾਲੇ ਕਰਮ ਕਮਾਵਾਂਗੇ। ਰਹਿਤ ਮਰਿਆਦਾ ਅਸੀਂ ਦੱਸ ਕੇ ਜਾਵਾਂਗੇ ਕਿ ਜੇ ਸਵੇਰੇ ਇਸ਼ਨਾਨ ਕਰਨ ਦਾ, ਆਪਣਾ ਬਾਣੀ ਪੜ੍ਹਨ ਦਾ, ਅਕਾਲ ਪੁਰਖ ਦਾ ਸਿਮਰਨ ਕਰਨ ਦਾ ਪਹਿਲਾਂ ਪਰਨ ਕਰੋ ਵੀ ਅਸੀਂ ਸਾਰੇ ਜਾਣੇ ਸਿੱਖ ਬਣਾਂਗੇ। ਜੇ ਤੁਸੀਂ ਸਿੱਖ ਬਣੋਗੇ ਨਾ ਤਾਂ ਅਸੀਂ ਠੀਕ ਕਰਾਂਗੇ ਇਹਨਾਂ ਨੂੰ। ਧਰਮ ਸਾਲ ਕਰੋ ਹਰ ਨਾਮ ਰਰੋ, ਉਰ ਭਾਉ ਧਰੋ ਹਰ ਕੈ ਕ੍ਰਿਤ ਜਾਹੀ। ਜਿਹੜੀ ਹਰੀ ਦੀ ਪ੍ਰਮਾਤਮਾ ਦੀ ਕਿਰਤ ਹੈ ਨਾ, ਇਹ ਕੰਮ ਆ ਜਿਹੜੇ ਤੁਸੀਂ ਛੱਡ ਕੇ ਦੂਜੀ ਕਿਰਤ ਹਰੀ ਦੀ ਕਿਰਤ ਨੂੰ, ਇਹ ਫੇਰ ਇੱਧਰ ਲੱਗੋ। ਕੀ ਕਰੋ? ਧਰਮਸਾਲ ਕਰੋ। ਧਰਮਸਾਲ ਹੁੰਦੀ ਗੁਰੂ ਘਰ ਬਣਾਓ ਇੱਕ ਪਹਿਲਾਂ, ਉਹਦੇ 'ਚ ਬਹਿ ਕੇ ਹਰ ਨਾਮ ਰਰੋ, ਉਹਦੇ 'ਚ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੋ, ਔਰ ਭਾਉ ਧਰੋ, ਮਨ ਦੇ ਅੰਦਰ ਪ੍ਰੇਮ ਧਰ ਕੇ ਪਰਮੇਸ਼ਰ ਦਾ ਸਿਮਰਨ ਕਰੋ। ਧਰਮਸਾਲ ਬਣਾਓ, ਗੁਰੂ ਘਰ ਬਣਾਓ, ਤਾਂ ਤੁਹਾਨੂੰ ਛੱਡਾਂਗੇ ਅਸੀਂ। ਸਿੱਖ ਸੰਤਨ ਸੇਵੋ ਹੋਏ ਭਲੋ ਤਮਾ, ਗਰੀਬ ਪਰੈ ਨ ਅੰਤ ਖਫਾਹੀ। ਫਿਰ ਤੁਸੀਂ ਇਉਂ ਕਰੋ, ਕੋਈ ਗੁਰਸਿੱਖ ਆਉਂਦਾ, ਕੋਈ ਸੰਤ ਮਹਾਤਮਾ ਆਉਂਦਾ, ਉਹਦੀ ਸੇਵਾ ਕਰਿਆ ਕਰੋ। ਆਓ ਗਰੀਬ ਪਰੈ ਨ ਅੰਤ ਖਫਾਹੀ, ਤੁਹਾਡੇ ਗਲ ਦੇ ਵਿੱਚ ਅੰਤ ਨੂੰ ਜਮਦੂਤਾਂ ਦੀ ਫਾਹੀ ਫੇਰ ਨਹੀਂ ਪਵੇਗੀ। ਸੁਣ ਦੀਨ ਭਏ ਭਨ ਹੀ ਮੁਖ ਤੇ, ਤੁਮਰੇ ਅਨੁਸਾਰ ਬਿਨਾ ਹਮ ਨਾਹੀ। ਸੁਣ ਕੇ ਦੀਨ ਹੋ ਗਏ ਬਹੁਤ, ਮੁਖੋਂ ਕਹਿਣ ਲੱਗੇ ਤੁਹਾਡੇ ਤੋਂ ਬਿਨਾਂ ਨਹੀਂ ਸੀ ਚੱਲਦੇ। ਤੁਮਰੇ ਅਨੁਸਾਰ ਬਿਨਾ ਹਮ ਨਾਹੀ, ਮਹਾਰਾਜ ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰਾਂਗੇ। ਆਪ ਜੀ ਨੇ ਕਿਰਪਾ ਕੀਤੀ ਆ, ਸਾਡੀਆਂ ਅੱਖਾਂ ਖੋਲ ਦਿੱਤੀਆਂ ਜੀ। ਕਵਿਤ ਨਾਰ ਦੁਰਾਚਰ ਵਿਵਚਾਰਨ ਕੀ ਚਾਲ ਜਿਹੇ, ਸੋਤੇ ਦੁਖ ਦੈਨ ਹੂੰ ਕੇ ਜੋਗ ਮਨ ਜਾਣਿਐ। ਹੁਣ ਇਹ ਜਿਹੜੀਆਂ ਇਹ ਨਾਰਾਂ ਸਨ, ਦੁਰਾਚਾਰ ਤੋਂ ਭਾਵ ਖੋਟੀਆਂ, ਵਿਵਚਾਰਨ ਕੀ ਚਾਲ ਜਿਹੇ, ਵਿਵਚਾਰਨਾਂ ਦੀ ਜਿਹੜੀ ਚਾਲ ਸੀ ਉਹ ਦੁੱਖ ਦੇਣ ਵਾਲੀ ਸੀ, ਦੁੱਖ ਦੇਣ ਦੇ ਯੋਗ ਸੀ। ਮਨ ਦੇ ਵਿੱਚ ਜਾਣ ਲਓ। ਪਏ ਹੋ ਹਦੀਨ ਪੁਨ ਬੇਨਤੀ, ਸ਼ੌਕੀਨ ਤੁਮ ਜੰਤ ਹੋਏ ਨਾਰ ਤਨ ਇਨ ਕੇ ਪਰਮਾਨੀਐ। ਪਰ ਤੁਸੀਂ ਅਧੀਨ ਹੋ ਕੇ ਬੇਨਤੀ ਕੀਤੀ ਹੈ, ਨਹੀਂ ਤਾਂ ਅਸੀਂ ਛੱਡਣੀਆਂ ਨਹੀਂ ਸੀ, ਇਹ ਪਲਟਾਤੀਆਂ ਸੀ ਦੇਹੀਆਂ। ਉਹ ਜਿਨ੍ਹਾਂ ਨੇ ਕਾਮੀ ਕੂਕਰੀਆਂ ਵਾਲੇ ਕਰਨੇ, ਉਹਨਾਂ ਨੂੰ ਇਸਤਰੀ ਜਾਮਾ ਕਾਹਦੇ ਲਈ ਦੇਣਾ? ਪਲਟਾ ਕੇ ਉਹ ਮਾਰੀਆਂ ਉਸੇ ਵਕਤ। ਅਕਾਲ ਪੁਰਖ ਨੇ ਆਪ 84 ਲੱਖ ਜੂਨ ਦਾ ਮਾਲਕ, ਬਣਾਉਣ ਵਾਲਾ, ਸਭ ਕੁਝ ਕਰਨ ਵਾਲਾ, ਕਰਤਾ ਧਰਤਾ ਹਰਤਾ, ਉਹਦੇ ਮੂਹਰੇ ਕੌਣ ਆਕੜ ਸਕਦਾ? ਸਤਿਗੁਰੂ ਕਹਿੰਦੇ ਇਹਨਾਂ ਦਾ ਕੰਮ ਹੀ ਹੈ। ਭੇਡਾਂ ਜੀਆਂ ਹੈਗੀਆਂ ਨੇ, ਪੁੱਠੇ ਕੰਮ ਕਰਦੀਆਂ, ਤੇ ਫਿਰ ਇਸਤਰੀਆਂ ਕਦ ਲਈ ਬਣਨਾ ਹੈ? ਭੇਡ ਹੀ ਠੀਕ ਹੈ ਇਹ। ਪਰ ਕਹਿੰਦੇ ਹੁਣ ਤੁਸੀਂ ਬਹੁਤ ਆ ਕੇ ਬੇਨਤੀਆਂ ਕੀਤੀਆਂ ਨੇ ਔਰ ਮਾਫੀਆਂ ਮੰਗੀਆਂ ਨੇ, ਇਸ ਕਰਕੇ ਜਾਣੋ ਕਿ ਇਹਨਾਂ ਨੂੰ ਅਸੀਂ ਦੁਬਾਰਾ ਇਸਤਰੀ ਦਾ ਹੀ ਫੇਰ ਤਨ ਦੇ ਦਿੰਦੇ ਹਾਂ। ਐਸੇ ਹੀ ਭਨਤ ਪਈ ਦੇਹ ਤਨ ਪੂਰਬ ਸੇ, ਹੇਰ ਗੁਰ ਰੂਪ ਪੁਨ ਮਨ ਪਸਤਾਨੈ। ਮਹਾਰਾਜ ਸੱਚੇ ਪਾਤਸ਼ਾਹ ਦੇ ਇਉਂ ਕਹਿੰਦਿਆਂ ਹੀ ਰੂਪ ਪਲਟ ਗਿਆ ਔਰ ਫੇਰ ਦੇਹੀ ਮਿਲ ਗਈ ਇਸਤਰੀਆਂ ਦੀ। ਗੁਰੂ ਸਾਹਿਬ ਵੱਲ ਦੇਖ ਕੇ ਫਿਰ ਪਛਤਾਉਂਦੀਆਂ ਨੇ
ਇੰਨਾ ਵੱਡਾ ਮਹਾਤਮਾ, ਇੰਨੇ ਵੱਡੇ ਸੰਤ, ਇੰਨੇ ਉਹਨਾਂ ਨੂੰ ਕੀ ਪਤਾ ਕੌਣ ਨੇ। ਉਹਨਾਂ ਨੇ ਤਾਂ ਇਸ ਤਰ੍ਹਾਂ ਹੀ ਕਹਿਣਾ ਸੀ ਕਿ ਸੰਤ ਲੋਕ ਆਏ ਨੇ, ਬਾਬਾ ਲੋਕ ਆਏ ਹੈ। ਉਹ ਉੱਧਰਲੀ ਬੋਲੀ 'ਚ ਬੋਲਦੀਆਂ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੱਲ ਦੇਖਦੀਆਂ। ਗੁਰੂ ਕੇ ਐਨ ਰਹੇ ਤਾਹਾਂ ਭਈ ਰਹਿਣ ਜਬ ਕੀਨੀ ਸੁਖ ਸੈਨ ਜਾਂ ਕੋ ਭਾਏ ਨਾ ਕਿਤ ਥਾਨਿਐ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਮਾਫੀਆਂ ਮੰਗਦੇ ਆ, ਚਰਨ ਪਕੜਦੇ ਆ। ਕਿਰਪਾ ਦੇ ਘਰ ਫਿਰ ਗੁਰੂ ਨਾਨਕ ਦੇਵ ਜੀ ਉੱਥੇ ਰਹੇ, ਰਾਤ ਨੂੰ ਸੁੱਖ ਦੇ ਨਾਲ ਬਿਰਾਜਮਾਨ ਹੋਏ, ਜਿਨ੍ਹਾਂ ਨੂੰ ਕੋਈ ਭੈ ਹੀ ਨਹੀਂ ਕਿਸੇ ਥਾਂ ਦਾ। ਸਾਰੇ ਨਗਰ ਦਾ ਹੁਣ ਸੁਧਾਰ, ਕਿਉਂਕਿ ਨਗਰ ਦੇ ਅਧੀਨ ਕਈ ਪਿੰਡ ਸਨ, ਅੱਗੇ ਰਾਜ ਹੀ ਸੀ ਪੂਰਾ ਚਾਰੇ ਪਾਸੇ। ਸਵਈਆ ਤੁਨ ਸਾਰ ਭਈ ਤੁਨ ਕੰਬ ਕਈ ਨਿਸ ਨਾਸ ਗਈ ਸੁਖ ਸਾਗਰ ਜਾਗੇ। ਜਦੋਂ ਭੁਨਸਾਰ ਹੁੰਦੀ ਸਵੇਰ ਹੋਈ ਤਾਂ ਧੁਨ ਕੰਬ ਕਈ। ਉਸ ਵਕਤ ਉਸ ਇਲਾਕੇ ਵਿੱਚ ਸ਼ੰਖ ਵੱਜਦੇ ਸੀ, ਸਵੇਰੇ ਉੱਠਣ ਦਾ ਵਕਤ ਹੋ ਗਿਆ, ਸੂਰਜ ਚੜ੍ਹੇ ਔਰ ਰਾਤ ਜਿਹੜੀ ਸੀ ਖਤਮ ਹੋ ਗਈ। ਜਦੋਂ ਗੁਰੂ ਨਾਨਕ ਦੇਵ ਜੀ ਤਾਂ ਆਪਣਾ ਪਹਿਲਾਂ ਹੀ ਸਾਰਾ ਇਸ਼ਨਾਨ ਪਾਣੀ ਕਰ ਸਮਾਧੀਆਂ ਲਾ, ਤਿੰਨੇ ਜਾਣੇ ਬੈਠੇ ਨੇ। ਪਿੰਡ ਦੇ ਲੋਕ ਵੀ ਉੱਠੇ, ਹਾਹਾਕਾਰ ਪਿੰਡ ਦੇ ਅੰਦਰ, ਉਹ ਨਗਰ ਦੇ ਵਿੱਚ ਹਾਹਾਕਾਰ ਮੱਚੀ ਪਈ ਸੀ। ਨਿਲ ਮਾਨਵ ਜਾਨਵ ਭੇਵਹਿ ਕੋਤਨ ਆਨਵ ਭੇਟ ਰਿਦੇ ਅਨੁਰਾਗੇ। ਜਦੋਂ ਮਿਲ ਕੇ ਸਾਰੇ ਬੰਦਿਆਂ ਨੇ ਭੇਦ ਜਾਣਿਆ ਕਿ ਵੀ ਕਿੰਨੇ ਤਾਕਤਵਰ ਨੇ, ਇਹਨਾਂ ਨੇ ਇੱਕਦਮ ਬਣਾ ਕੇ ਫਿਰ ਠੀਕ ਵੀ ਕਰ ਦਿੱਤੀਆਂ। ਸਾਰੇ ਜਾਣੇ ਆਪਣੀ ਆਪਣੀ ਭੇਟਾ ਲੈ ਕੇ ਆ ਰਹੇ ਨੇ, ਮਾਫੀਆਂ ਮੰਗ ਰਹੇ ਹਨ। ਪਗ ਪਾਹਲ ਦੀਨ ਕਰਤਾਰਥ ਕੀ ਨਾ ਭੈ ਅਗਹੀਨ ਵੱਡੇ ਵੱਡ ਭਾਗੇ। ਮਹਾਰਾਜ ਜੀ ਨੇ ਅੰਮ੍ਰਿਤ ਸੰਚਾਰ ਕਰ ਦਿੱਤਾ, ਉੱਥੇ ਸਾਰਿਆਂ ਨੂੰ ਸੱਦ ਲਿਆ। ਦੇਖਾ ਦੇਖੀ ਵੀ ਇੰਨੀ ਤਾਕਤ। ਉਸੇ ਵਕਤ ਚਰਨ ਪਾਹਲ ਸਾਫ ਸੁਥਰੇ ਜਲ ਦੇ ਵਿੱਚ ਮਹਾਰਾਜ ਨੇ ਚਰਨ ਪਾ ਦਿੱਤੇ ਔਰ ਸਾਰਿਆਂ ਨੂੰ ਕਿਹਾ ਛਕੋ ਬਈ, ਅੱਖਾਂ ਛਿੱਟੇ ਮਾਰੋ, ਮੂੰਹ 'ਚ ਪਾਓ ਔਰ ਸਿਰ 'ਚ ਪਾਓ, ਚਰਨ ਪਾਹਲ ਲਓ। ਉਦੋਂ ਮਰਿਆਦਾ ਇਹੀ ਸੀ, ਪਗ ਪਾਹਲ ਦੀਨ ਕਿਰਤਾਰਥ ਕੀਨ ਭਏ ਅਗਹੀਨ ਵੱਡੇ ਵੱਡ ਭਾਗੇ। ਉਹ ਵੱਡਿਆਂ ਭਾਗਾਂ ਵਾਲੇ ਸਾਰੇ ਪਾਪਾਂ ਤੋਂ ਰਹਿਤ ਕਰ ਦਿੱਤੇ, ਕਿਰਤਾਰਥ ਕੀਤੇ। ਇੱਕ ਵਾਰ ਤੇ ਹੁਣ ਸਤਿਗੁਰੂ ਨੇ ਸਾਰਿਆਂ ਨੂੰ ਕੱਢਣਾ ਸੀ ਨਾ ਟੋਏ 'ਚੋਂ, ਕੱਢ ਕੇ ਸਿੱਧੇ ਰਸਤੇ ਲਾ ਦਿੱਤੇ। ਕਿਉਂਕਿ ਜਦੋਂ ਦੁਨੀਆ ਗਲਤ ਮਾਰਗ ਤੇ ਤੁਰਦੀ ਆ ਤੁਰਦੀ ਆ ਤੁਰਦੀ ਆ, ਬੇਖੌਫ ਹੋ ਕੇ ਤੁਰੀ ਜਾਂਦੀ ਹੈ, ਪਤਾ ਹੀ ਨਹੀਂ ਹੁੰਦਾ ਇਹ ਗਲਤ ਹੈ ਰਸਤਾ ਜਾਂ ਠੀਕ ਹੈ ਰਸਤਾ। ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਦੁਨੀਆ ਬਹੁਤ ਵਿਗੜ ਜਾਂਦੀ, ਜਿਵੇਂ ਹੁਣ ਲੋਕ ਟੇਢੇ ਹੋਏ ਪਏ ਬਹੁਤ, ਇਹਨਾਂ ਟੇਢਿਆਂ ਨੂੰ ਕੌਣ ਸਿੱਧਾ ਕਰੂਗਾ? ਇਹ ਸਾਡੇ ਵਰਗੇ ਤੋਂ ਨਹੀਂ ਹੁੰਦੇ, ਇਹ ਤਾਂ ਆਪ ਨਾਰਾਇਣ ਨੇ ਸਿੱਧੇ ਕਰਨੇ ਸਾਰੇ, ਖੁਦ ਹੀ ਇਸ ਤਰ੍ਹਾਂ ਹੀ ਕਰਨਗੇ। ਫਿਰ ਜਦੋਂ ਆਪ ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਧਰਮਸਾਲ ਬੇਸਾਲ ਰਚੀਤ ਹੈ ਕਾਲ ਦਿਆਲ ਕੀ ਕੀਰਤ ਮੈਂ ਮਤ ਪਾਗੇ। ਮਹਾਰਾਜ ਹੁਣ ਉੱਥੇ ਠਹਿਰ ਗਏ। ਉਹਨਾਂ ਨੇ ਬੜੀ ਸੁੰਦਰ ਧਰਮਸ਼ਾਲਾ ਭਾਵ ਗੁਰੂ ਘਰ ਬਣਾਇਆ ਔਰ ਤਿਹ ਕਾਲ ਦਿਆਲ ਕੀ ਕੀਰਤ ਮੈਂ ਮਤ ਪਾਗੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਰਤੀ ਦੇ ਵਿੱਚ ਜਿਹੜੀ ਸੀ ਉਹਨਾਂ ਦੀ ਮੱਤ ਪਾਗੇ ਤੋਂ ਭਾਵ ਰੰਗੀ ਗਈ। ਮਹਾਰਾਜ ਦੀ ਕੀਰਤੀ ਕਰਦੇ ਹਨ। ਦਿਨ ਪੰਚ ਰਹੇ ਅਗ ਓਗ ਦਹਈ ਪੁਨ ਬੈਨ ਕਹੀ ਹਮ ਜਾਹੇ ਅਗਾਰੀ। ਉਸ ਵਕਤ 5 ਦਿਨ ਉੱਥੇ ਰਹੇ, ਸਾਰੇ ਪਾਪ ਨਾਸ ਕੀਤੇ। ਫਿਰ ਬਚਨ ਕਹੇ ਅਸੀਂ ਹੁਣ ਅੱਗੇ ਜਾਣਾ ਭਾਈ। ਕਰ ਜੋਰ ਪਮਾਨ ਬਿਨੈ ਜੋ ਬਖਾਨ ਭਾਈ ਇਹ ਥਾਨ ਮਿਆ ਸੋ ਤੁਮਾਰੀ। ਉਸ ਵਕਤ ਜਿਹੜੇ ਪਮਾਨ ਤੋਂ ਭਾਵ ਉੱਥੇ ਬੰਦੇ ਸੀ, ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਨੂੰ, ਹੇ ਮਹਾਰਾਜ ਬੜੀ ਕਿਰਪਾ ਕੀਤੀ, ਤੁਹਾਡੀ ਬੜੀ ਮਿਹਰ ਹੋਈ ਹੈ। ਵਾਕਈ ਇਸਤਰੀਆਂ ਵਿਗੜੀਆਂ ਹੋਈਆਂ ਸੀ, ਸਾਤੋਂ ਕੰਮ ਕਰਾਉਣੇ, ਭਾਂਡੇ ਮੰਜਾਉਣੇ, ਰੋਟੀਆਂ ਬਣਵਾਉਣੀਆਂ, ਸਾਨੂੰ ਕਾਬੂ 'ਚ ਕੀਤਾ। ਹੋਰ ਬੰਦੇ ਬੜੇ ਛਡਾਏ ਸੀ। ਭਾਈ ਵੀਰ ਸਿੰਘ ਨੇ ਲਿਖਿਆ, ਕਹਿੰਦੇ ਕਿੰਨੇ ਹੀ ਬੰਦੇ ਅੰਦਰ ਕਾਬੂ ਕਰਕੇ ਰੱਖੇ ਹੋਏ ਸੀ ਉਹਨਾਂ ਨੇ। ਕੋਈ ਜਿਹੜਾ ਵੀ ਆ ਜਾਂਦਾ ਉਹਦੇ ਗਲ 'ਚ ਪਾ ਕੇ ਉੱਥੇ ਕਾਬੂ ਜਾ ਕਰਕੇ ਉਹ ਕੰਮ ਕਰਵਾਈ ਜਾਣੇ। ਇਸ ਤਰ੍ਹਾਂ ਸਾਰੇ ਬੰਦੇ ਗੁਲਾਮ ਬਣਾ ਕੇ ਰੱਖੇ ਸਨ। ਮਤ ਮੰਦਨ ਕੋ ਗਤ ਪੰਦ ਦਇਓ ਸੁਖ ਕੰਦ ਗੋਬਿੰਦ ਮੁਕੰਦ ਉਧਾਰੀ। ਆਪ ਜੀ ਨੇ ਸੱਚੇ ਪਾਤਸ਼ਾਹ ਬਹੁਤ ਕਿਰਪਾ ਕੀਤੀ ਹੈ। ਖੋਟੀ ਬੁੱਧੀ ਵਾਲਿਆਂ ਨੂੰ ਸਾਨੂੰ ਕਲਿਆਣ ਦਾ ਰਸਤਾ ਦੇ ਦਿੱਤਾ ਹੈ। ਇਹ ਸੁੱਖਾਂ ਦੇ ਮੂਲ ਰੂਪ, ਹੇ ਗੋਬਿੰਦ ਜੀ, ਹੇ ਮੁਕੰਦ ਜੀ, ਹੇ ਉਦਾਰੀ ਜੀ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰੀਅੰ ਨਾਮੇ ਕਾਮੇ। ਉਹ ਸਾਰੇ ਇੱਥੇ ਗੁਣ ਕਥਨ ਕੀਤੇ ਨੇ।
ਆਪ ਨੇ ਮਿਹਰ ਕੀਤੀ ਹੈ ਸਾਡੇ ਤੇ। ਇਹ ਠੌਰ ਰਹੋ ਦਿਨ ਔਰ ਕਛੂ, ਸਿਰ ਮੋਰ ਤੁਹੀ ਜਗ ਮੈਂ ਗਤਕਾਰੀ। ਮਹਾਰਾਜ ਜੀ ਇਹ ਥਾਂ ਤੇ ਕੁਛ ਚਿਰ ਹੋਰ ਨਹੀਂ ਰਹਿੰਦੇ ਹੋ। ਆਪ ਜੀ ਸਿਰਮੌਰ ਹੋ, ਸਾਰਿਆਂ ਦੇ ਗਤਕਾਰੀ ਤੋਂ ਭਾਵ ਕਲਿਆਣ ਦੇ ਦੇਣ ਵਾਲੇ ਹੋ। ਇਹ ਭਾਈ ਵੀਰ ਸਿੰਘ ਨੇ ਤਾਂ ਆਪਣੀ ਖੋਜ ਵਿੱਚ ਜੋ ਲਿਖਿਆ, ਉਹ ਢਾਕੇ ਤੋਂ 5 ਮੀਲ ਅੱਗੇ ਧਨਪੁਰ ਗਿਰਾਂ ਲਿਖਦੇ ਨੇ, ਉੱਥੇ ਸਾਖੀ ਹੋਈ ਹੈ। ਪਰ ਬਹੁਤ ਸਾਰੇ ਲੋਕ ਅਸਾਮ ਵਿੱਚ ਕਾਮਰੂਪ ਦੇਸ਼ ਦੱਸਦੇ ਨੇ ਭਈ ਕਵੀ ਜੀ ਨੇ ਆਪ ਵੀ ਲਿਖੀ ਹੈ। ਸਵਈਆ ਨਿਤ ਵਾਹਿਗੁਰੂ ਮੁਖ ਨਾਮ ਜਪੋ, ਅਰਦਾਸ ਤਿਹਾਵਲ ਕੀ ਕਰੀਏ। ਮਹਾਰਾਜ ਕਹਿੰਦੇ ਕੋਈ ਨਹੀਂ, ਤੁਸੀਂ ਇੱਥੇ ਸਾਰੇ ਰਹੋ। ਇੱਕ ਤਾਂ ਰੋਜ਼ ਸਵੇਰੇ ਇਸ਼ਨਾਨ ਕਰਕੇ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਸਾਰਿਆਂ ਨੇ। ਇੱਕ ਕੜਾਹ ਪ੍ਰਸ਼ਾਦ ਬਣਾਉਣਾ ਰੋਜ਼। ਫਿਰ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਨੀ। ਉਹ ਜੋ ਅਕਾਲ ਪੁਰਖ ਸਰਬ ਵਿਆਪਕ ਪਰਿਪੂਰਨ ਹੈ। ਕਈ ਪੁੱਛਦੇ ਮਰਿਆਦਾ ਕੀ ਆ, ਹੁਣ ਮਰਿਆਦਾ ਹੀ ਦੱਸਣ ਲੱਗੇ ਹੋਏ ਨੇ। ਕੜਾਹ ਪ੍ਰਸ਼ਾਦ ਬਣਾ ਕੇ ਫਿਰ ਬੇਨਤੀ ਕਰਨੀ ਹੈ, ਪਹਿਲਾਂ ਸਿਮਰਨ ਕਰਨਾ ਹੈ। ਹੁਣ ਉਹਨਾਂ ਨੂੰ ਮੂਲ ਮੰਤਰ ਤਾਂ ਹਾਲੇ ਨਹੀਂ ਕੰਠ ਕਰਾ ਸਕਦੇ, ਉਹਨਾਂ ਨੂੰ ਤਾਂ ਵਾਹਿਗੁਰੂ ਮੰਤਰ ਹੀ ਬਖਸ਼ਿਆ ਹੈ। ਹੌਲੀ ਹੌਲੀ ਸਤਿਗੁਰੂ ਦੀ ਕਿਰਪਾ ਵੀ ਹੋਈ ਹੈ। ਆਪਾਂ ਵੀ ਇਸ ਪ੍ਰਕਾਰ ਵਾਹਿਗੁਰੂ ਮੰਤਰ, ਮੂਲ ਮੰਤਰ, ਸਾਰੀ ਬਾਣੀ ਪੜ੍ਹਦੇ ਹੋਏ, ਬਹੁਤਾ ਨਹੀਂ ਰੋਜ਼ ਨਹੀਂ ਤਾਂ ਕਦੇ ਕਦੇ ਫਿਰ ਘਰੇ ਦੇਗ ਜ਼ਰੂਰ ਬਣਾਵੇ। ਕੇਸੀ ਇਸ਼ਨਾਨ ਕਰਕੇ ਮਰਿਆਦਾ ਨਾਲ ਜਪਜੀ ਸਾਹਿਬ ਪੜ੍ਹ ਕੇ, ਆਨੰਦ ਸਾਹਿਬ ਦਾ ਪਾਠ ਕਰਕੇ 40 ਪੌੜੀਆਂ ਗੁਰਦੁਆਰੇ 'ਚ ਤਾਂ ਹੁੰਦੀ ਕਾਹਲੀ, ਤਾਈਓ 6 ਪੜ੍ਹਦੇ ਫਟਾਫਟ। ਉੱਥੇ ਤਾਂ 40 ਪੜ੍ਹਿਆ ਕਰੋ ਘਰੇ ਬੈਠ ਕੇ। ਤਾਂ 40 ਪੌੜੀਆਂ ਪੜ੍ਹ ਕੇ ਬਾਹਲਾ ਕੰਮ ਅੜ ਜੇ ਤਾਂ ਮਹਾਂਪੁਰਖਾਂ ਦਾ ਬਚਨ ਸੀ 3 ਆਨੰਦ ਸਾਹਿਬ ਕਰਨੇ ਪੂਰੇ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਬੇਨਤੀ ਕਰੇ, ਕੜਾਹ ਪ੍ਰਸ਼ਾਦ ਨੂੰ ਅੱਛੀ ਤਰ੍ਹਾਂ ਕਿਰਪਾਨ ਮਾਂਜ ਕੇ ਸਾਫ਼ ਕਰਕੇ ਭੋਗ ਲਵਾਵੇ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ। ਮਹਾਰਾਜ ਜੀ ਛਕੋ ਜੀ। ਔਰ ਸਤਿਗੁਰੂ ਉਸ ਚੀਜ਼ ਨੂੰ ਛਕਦੇ ਨੇ, ਪ੍ਰਵਾਨ ਨਹੀਂ ਕਰਦੇ, ਛਕ ਲੈਂਦੇ ਨੇ। ਛਕ ਲੈਣਾ ਇੱਕ ਹੁੰਦਾ ਪ੍ਰਵਾਨ ਹੈ ਬਈ ਇੱਥੇ ਰੱਖ ਜਾ, ਮਹਾਰਾਜ ਆਹ ਚੀਜ਼ ਲੈ ਲਓ ਜੀ, ਹਾਂ ਪ੍ਰਵਾਨ ਹੈ। ਇਹ ਚੀਜ਼ਾਂ ਉਹ ਹੁੰਦੀਆਂ ਜਿਵੇਂ ਅਸੀਂ ਐਸੀਆਂ ਚੀਜ਼ਾਂ ਦੇਖੀਆਂ ਨੇ। ਕਈ ਵਾਰੀ ਗੁਰਮੁਖਾਂ ਨੇ ਮਹਾਰਾਜ ਜੀ ਨੂੰ ਜਿਵੇਂ ਬਸਤਰ ਦਿੱਤੇ, ਸਤਿਗੁਰੂ ਦਾ ਅੱਗਿਓਂ ਬੋਲ ਪਤਾ ਕੀ ਹੁੰਦਾ, ਪ੍ਰਵਾਨ ਹੈ। ਬਸਤਰ ਪ੍ਰਵਾਨ ਕਰਦੇ ਨੇ, ਬਾਕੀ ਸਾਰੀਆਂ ਚੀਜ਼ਾਂ ਪ੍ਰਵਾਨ ਨੇ। ਪਰ ਲੰਗਰ ਜਿਹੜਾ ਹੈ ਜਾਂ ਕੜਾਹ ਪ੍ਰਸ਼ਾਦ ਇਹਨੂੰ ਛਕਦੇ ਨੇ ਮਹਾਰਾਜ। ਸਿੰਘਾਂ ਨੇ ਸ਼ੰਕਾ ਕੀਤੀ ਮਹਿਤੇ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਹੀ ਕਿ ਭੋਗ ਲੱਗਦਾ ਹੈ ਕਿਰਪਾਨ ਭੇਟਾ ਮੈਂ ਮਹਾਰਾਜ ਛਕਦੇ ਆ ਕਿ ਜਾਂ ਵੈਸੀ ਇੱਕ ਮਰਿਆਦਾ ਜੀ ਬਣਾਈ ਹੈ। ਮਹਾਂਪੁਰਖ ਕਹਿੰਦੇ ਬਹੁਤ ਮਾੜੀ ਗੱਲ ਹੈ, ਤੁਹਾਨੂੰ ਸ਼ੰਕਾ ਹੀ ਹੋ ਜਾਂਦਾ। ਕਹਿੰਦੇ ਅੱਜ ਫਿਰ ਇਉਂ ਕਰੋ, 5 ਸਿੰਘ ਤਿਆਰ ਪਰ ਤਿਆਰ ਦੇਗ ਬਣਾਓ, 5 ਜਾਣੇ 5 ਬਾਣੀਆਂ ਪੜ੍ਹੋ। ਦੇਗ ਤਿਆਰ ਬੜੀ ਮਰਿਆਦਾ ਨਾਲ ਕਰਕੇ, ਜਲ ਛਿੜਕਦੇ ਹੋਏ ਅੱਗੇ ਬਹੁਤ ਮਰਿਆਦਾ ਨਾਲ ਕਰਕੇ, ਫਿਰ ਕੋਲ ਬਹਿ ਕੇ ਪਾਠ ਕਰਦੇ ਹੋਏ ਅਰਦਾਸ ਹੋਈ। ਹੁਣ ਕਹਿੰਦੇ ਤੁਹਾਡਾ ਸ਼ੰਕਾ ਨਿਵਰਤ ਕਰਨਾ, ਇਸ ਲਈ ਮੈਨੂੰ ਇਹ ਕਰਮ ਕਰਨਾ ਪੈ ਰਿਹਾ। ਤੁਸੀਂ ਇਹ ਦੇਗ ਜਿਹੜੀ ਆ ਇਹਨੂੰ ਤੋਲ ਲਓ। ਪਹਿਲਾਂ ਦੇਗ ਤੋਲੀ 5 ਕਿਲੋ ਪੂਰੀ। ਜਦੋਂ ਫਿਰ ਦੇਗ ਨੂੰ ਭੋਗ ਲਵਾ ਦਿੱਤਾ, ਉਸ ਵਕਤ ਕਹਿੰਦੇ ਹਲੇ ਨਾ ਕੱਢਿਓ, ਪਹਿਲਾਂ ਤੋਲ ਲਓ। ਪੂਰੀ 250 ਗ੍ਰਾਮ ਦੇਗ ਘਟ ਗਈ ਉਹਦੇ ਚੋਂ। ਉਸ ਵਕਤ ਕਹਿੰਦੇ ਆ ਦੇਖ ਲਓ ਆਪਣੀ ਅੱਖਾਂ ਨਾਲ ਭਾਈ ਘਟ ਗਈ। ਸੰਤ ਮੀਹਾਂ ਸਿੰਘ ਜੀ ਸਿਆੜ ਵਾਲਿਆਂ ਨੂੰ ਵੀ ਸਿੰਘਾਂ ਨੇ ਕਿਹਾ ਸੀ ਵੀ ਬਾਬਾ ਜੀ ਇਹ ਕਿਰਪਾਨ ਭੇਟਾ ਉਹੀ ਹੁੰਦੀ ਆ ਮਹਾਰਾਜ ਛਕਦੇ ਕਿ ਜਾਂ ਵੈਸੇ ਹੀ ਗੱਲਾਂ ਬਣੀਆਂ ਹੋਈਆਂ। ਮਹਾਂਪੁਰਖਾਂ ਨੇ ਵੀ ਫਿਰ ਇਹੀ ਕੀਤਾ ਸੀ, ਤੋਲ ਕੇ ਦੇਗ ਫਿਰ ਬਾਅਦ ਵਿੱਚ ਤੋਲ ਕੇ ਦਿਖਾਤੀ। ਕਹਿੰਦੇ ਦੇਖੋ ਇੰਨੀ ਘਟ ਗਈ ਦੇਗ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਨੂੰ ਜਦੋਂ ਇੱਕ ਦਿਨ ਇੱਕ ਪ੍ਰੇਮੀ ਨੇ ਦੇਗ ਲਿਆ ਕੇ ਦਰਬਾਰ ਸਾਹਿਬ 'ਚ ਅਰਦਾਸ ਕਰਕੇ ਸਮਾਗਮ ਚੱਲਦੇ ਹੋਣ ਸੀ, ਉਦੋਂ 7 ਦਿਨ ਦਾ, ਜਦੋਂ ਬਾਬਾ ਜੀ ਬਾਹਰ ਆਏ ਦੁਪਹਿਰ ਦੀ ਅਰਦਾਸ ਦੀ ਸਮਾਪਤੀ ਤੋਂ ਬਾਅਦ, ਮਹਾਰਾਜ ਦਰਵਾਜ਼ੇ 'ਚ ਖੜ੍ਹ ਕੇ ਫਿਰ ਜਦੋਂ ਬਾਹਰ ਨਿਕਲਣ ਲੱਗੇ ਬਾਬਾ ਜੀ, ਸਤਿਗੁਰੂ ਜੀ ਨੇ ਆਪਦੀ ਜੀਭ ਬਾਹਰ ਕੱਢ ਕੇ ਦਿਖਾਈ। ਕਹਿੰਦੇ ਹਰਨਾਮ ਸਿੰਘਾਂ ਦੇ ਛਾਲੇ ਪੈ ਗਏ ਸਾਡੇ ਮੂੰਹ 'ਚ ਅੱਜ। ਕਹਿੰਦੇ ਤੁਸੀਂ ਦੇਗ ਠੰਡੀ ਕਰਕੇ ਨਹੀਂ ਲਿਆ ਸਕਦੇ, ਤੁਸੀਂ ਗਰਮ ਦੇਗ ਨੂੰ ਭੋਗ ਕਿਉਂ ਲਵਾਇਆ? ਉਦੋਂ ਤੋਂ ਲੈ ਕੇ ਬਾਬਾ ਜੀ ਨੇ ਇੱਕ ਕਮਰਾ ਵੱਖਰਾ ਬਣਾਇਆ ਜਿੱਥੇ ਦੇਗ ਬਣਨ ਤੋਂ ਬਾਅਦ ਲਿਆ ਕੇ ਟਿਕਾ ਕੇ ਪਹਿਲਾਂ ਦੇਗ ਨੂੰ ਥੋੜ੍ਹੀ ਜਿਹੀ ਠੰਡੀ ਕਰਦੇ ਨੇ, ਫਿਰ ਉੱਥੇ ਬੇਨਤੀ ਕਰਕੇ ਫਿਰ
ਅਰਦਾਸ ਬੇਨਤੀ ਕਰਦੇ ਨੇ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹੁਣ ਬੜੀ ਰੂਹਾਨੀਆਂ ਚੀਜ਼ਾਂ ਨੇ। ਉਹ ਜਿਹੜੇ ਬੰਦੇ ਥੱਲੇ ਥੱਲੇ ਹਨੇਰੇ 'ਚ ਖੂਹ 'ਚ ਬੈਠੇ ਨੇ, ਉਹਨਾਂ ਨੂੰ ਆਪਾਂ ਕੁਝ ਨਹੀਂ ਸਮਝਾ ਸਕਦੇ। ਉਹ ਸਾਨੂੰ ਸਮਝਦੇ ਨੇ ਗਲਤ ਹੈ। ਅਸੀਂ ਗਲਤ ਤਾਂ ਨਹੀਂ ਹੈਗੇ, ਅਸੀਂ ਤੁਹਾਨੂੰ ਵੀ ਨਹੀਂ ਗਲਤ ਕਹਿੰਦੇ। ਅਸੀਂ ਕਹਿੰਦੇ ਤੁਸੀਂ ਮਿਹਨਤ ਕਰੋ, ਅਭਿਆਸ ਕਰੋ, ਤੁਸੀਂ ਉੱਪਰ ਉੱਠ ਕੇ ਸਾਰਾ ਕੁਝ ਆਪ ਦੇਖ ਲਓ, ਫਿਰ ਸਾਰਾ ਕੁਝ ਨਜ਼ਰ ਵੀ ਆ ਜਾਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇੰਨੇ ਕੌਤਕ ਹੁੰਦੇ ਸਿੰਘਾਂ ਦੇ ਨਾਲ, ਜਿਹੜੇ ਕਹੇ ਨਹੀਂ ਜਾ ਸਕਦੇ। ਇੰਨੇ ਕੌਤਕ ਕਰਦੇ ਨੇ ਮਹਾਰਾਜ ਖਾਲਸੇ ਦੇ ਨਾਲ। ਸਤਿਗੁਰੂ ਸਭ ਕੁਝ ਅੰਗੀਕਾਰ ਕਰਦੇ ਨੇ, ਪ੍ਰਵਾਨ ਕਰਦੇ ਨੇ, ਛਕਦੇ ਵੀ ਨੇ, ਜੇ ਕੋਈ ਭਾਵਨਾ ਦੇ ਨਾਲ ਛਕਾਵੇ। ਮਨ ਕਾਮਨਾ ਪੂਰਨ ਹੋਵੇਗੀ, ਹਰ ਕੀਰਤਾ ਪ੍ਰੀਤ ਹਿਰਦੇ ਧਰਿਏ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਨ ਦੇ ਨਾਲ ਮਨੋ ਕਾਮਨਾ ਤੁਹਾਡੀ ਪੂਰਨ ਹੋਵੇਗੀ। ਹਰੀ ਦੀ ਕੀਰਤ ਜਿਹੜੀ ਮਹਿਮਾ, ਉਹ ਪ੍ਰੀਤ ਮਨ 'ਚ ਧਾਰ ਕੇ ਕਰੋ ਕੰਮ। ਹਰੀ ਦੀ ਮਹਿਮਾ ਕਰਿਆ ਕਰੋ। ਤੁਸੀਂ ਆਹ ਚੰਗੇ ਪੁੱਠੇ ਜਿਹੜੇ ਕੰਮ ਨੇ, ਪੁੱਠੇ ਸਿੱਧੇ ਕੰਮਾਂ 'ਚ ਕਿਉਂ ਪੈਂਦੇ? ਇਹਨਾਂ ਬੰਦਾ ਨਰਕਾਂ ਨੂੰ ਜਾਂਦਾ। ਅਖੀਰ ਮੌਤ ਬੜੀ ਭੈੜੀ ਹੁੰਦੀ। ਬੰਦੇ ਇਹੋ ਜਿਹੇ ਬੰਦੇ ਦੀ ਮੌਤ ਬਹੁਤ ਭੈੜੀ ਹੁੰਦੀ ਹੈ, ਕਿਉਂਕਿ ਜਿਹੜੇ ਇਹੋ ਜਿਹੇ ਪੁੱਠੇ ਕੰਮ ਕਰਦੇ ਹੁਣ ਤੋਂ ਪੈਸੇ ਜੇ ਇਕੱਠੇ ਕਰੀ ਜਾਂਦੇ ਨੇ। ਸੋ ਇਸੇ ਪ੍ਰਕਾਰ ਜਿਵੇਂ ਕੋਈ ਬੰਦਾ ਸੀ, ਉਹ ਬਹੁਤ ਇਹੋ ਜਿਹੇ ਕੰਮ ਕਰਦਾ ਸੀਗਾ। ਉਹਨੇ ਵੀ ਐਂ ਲਾਚੜੇ ਜੇ ਨੇ ਕਿ ਇੱਕ ਵਾਰੀ ਫਤਿਹਗੜ੍ਹ ਸਾਹਿਬ ਪਿਛਲੇ ਪਾਸੇ ਆਪਣੇ ਬਬਾਨਗੜ੍ਹ ਗੁਰੂ ਘਰ 'ਚ, ਸੋ ਬਾਬਾ ਜੋਗਿੰਦਰ ਸਿੰਘ ਜੀ ਨੇਂਗ ਸਿੰਘ ਨੇ ਇੱਕ ਸਾਡੇ ਕੋਲੇ, ਬਹੁਤ ਉੱਚੀ ਅਵਸਥਾ ਦੇ ਮਾਲਕ ਹੈ, ਉਹਨਾਂ ਦੇ ਉੱਤੇ ਹੀ ਛੱਡਦੀਆਂ ਚੀਜ਼ਾਂ ਜੀਆਂ। ਉਹ ਉਰਲੇ ਪਾਸੇ ਉੱਥੇ ਰਹਿੰਦਾ ਸੀ ਬੰਦਾ, ਉਹ ਮਸੀਤ ਜੀ 'ਚ। ਉਹ ਕਹਿੰਦੇ ਮੇਰੇ ਦੁਆਲੇ ਰਾਤ ਨੂੰ ਫਕੀਰ ਜੇ ਘੁੰਮੇ ਜਾਣ। ਮੈਂ ਕਿਹਾ ਤੁਸੀਂ ਕਿਵੇਂ ਆਏ ਹੋ ਬਈ? ਉਹ ਕਰਦੇ ਸੀ ਬਹੁਤ ਪਾਠ ਦਸਮ ਦਾ। ਉਹ ਕਹਿੰਦੇ ਸੰਤ ਜੀ ਉਹਨੇ ਭੇਜਿਆ ਫਲਾਨੇ ਨੇ। ਕਹਿੰਦੇ ਕੋਈ ਨਹੀਂ, ਮੈਂ ਸਵੇਰੇ ਮਿਲਦਾ, ਤੁਸੀਂ ਜਾਓ, ਨਹੀਂ ਤਾਂ ਤੁਹਾਡਾ ਮੈਂ ਹੁਣੇ ਹੀ ਕਲਿਆਣ ਕਰ ਦੇਣਾ, ਭਾਜੋ ਇੱਥੋਂ। ਉਹ ਦੌੜ ਗਏ ਉੱਥੋਂ। ਸਵੇਰੇ ਆ ਕੇ ਫਕੀਰ ਜੀ ਨੂੰ ਕਹਿਣ ਲੱਗੇ, ਕਹਿੰਦੇ ਦੇਖ ਲੋਕਾਂ ਨਾਲ ਜਿਵੇਂ ਮਰਜ਼ੀ ਕਰਿਆ ਕਰ, ਸਿੰਘਾਂ ਨਾਲ ਟੱਕਰ ਨਹੀਂ ਲਈਦੀ ਹੁੰਦੀ। ਤੈਨੂੰ ਹਲੇ ਪਤਾ ਨਹੀਂਗਾ ਸਾਡਾ ਵੀ ਖਾਲਸੇ ਦੇ ਕੋਲ ਕਿਹੜੀ ਬਖਸ਼ਿਸ਼ਾਂ ਨੇ। ਆ ਜਿਹੜੀ ਚੰਡੀ ਦੀ ਵਾਰ ਮੈਂ ਰੋਜ਼ ਕਰਦਾ ਨਾ, ਫਿਰ ਤੇਰੇ ਗੇੜੇ ਖਵਾ ਦੇਣੇ। ਕਹਿੰਦੇ ਨਾਲੇ ਮੈਂ ਤੈਨੂੰ ਇੱਕ ਗੱਲ ਦੱਸ ਦਿਆਂ, ਅੱਜ ਹੀ ਤੂੰ ਨਾ ਜਦੋਂ ਐਕਸੀਡੈਂਟ ਤੇਰਾ ਲੱਕ ਟੁੱਟਣਾ, ਲੱਕ ਟੁੱਟ ਕੇ ਫਿਰ 2 ਸਾਲ ਮੰਜੇ ਤੇ ਰਹੇਗਾ, ਤੂੰ ਤੜਫ ਤੜਫ ਕੇ ਮਰਨਾ। ਕਹਿੰਦੇ ਮੈਂ ਤੈਨੂੰ ਸ਼ਰਾਪ ਨਹੀਂ ਦਿੰਦਾ, ਮੈਂ ਤੇਰੇ ਆਉਣ ਵਾਲੀ ਗਤੀ ਨੂੰ ਦੇਖ ਲਿਆ ਵੀ ਇਹੋ ਜਿਹੀ ਮਾੜੀ ਹਾਲਤ। ਆ ਜਿਹੜੇ ਤੂੰ ਲੋਕਾਂ ਤੋਂ ਲੈਣਾ 10,000, ਕਿਸੇ ਤੋਂ 50,000, ਉਹਦੇ ਘਰ ਸਿੱਟਦੀ ਲੜਾਈ ਹੋ ਜੂ, ਉਹਦੇ ਘਰ ਸਿੱਟਦੀ ਉਹ ਬੰਦਾ ਮਰ ਜੂ, ਆਹ ਹੋ ਜੂ, ਤੇਰਾ ਇੰਨਾ ਮਾੜਾ ਹਾਲ ਹੋਣਾ ਨਾ, ਦੇਖੀ ਜਾਈ। ਫਿਰ ਜੋ ਲੱਕ ਟੁੱਟ ਗਿਆ, ਕਹਿੰਦੇ ਐਕਸੀਡੈਂਟ 'ਚ ਫਿਰ ਲੰਮਾ ਪਿਆ। ਕਹਿੰਦਾ ਉਹ ਬਾਬਾ ਜੀ ਕੋ ਬੁਲਾ ਕੇ ਲਿਆਓ। ਚਲੇ ਗਏ, ਗੜਬੇ ਵਿੱਚ ਪਾਣੀ ਰੱਖਦੇ ਹੁੰਦੇ ਸੀ ਕੋਲੇ। ਕਹਿੰਦਾ ਆਹ ਜਲ ਮੈਨੂੰ ਛਕਾ ਦਿਓ ਇੱਕ ਵਾਰੀ। ਕਹਿੰਦੇ ਨਾ, ਤੇਰੇ ਵਾਸਤੇ ਨਹੀਂ ਬਣਿਆ, ਇਹ ਨਹੀਂ ਅਸੀਂ ਦੇ ਸਕਦੇ ਤੈਨੂੰ। ਕਹਿੰਦੇ ਤੈਂ ਇੰਨਾ ਹੀ ਦੁੱਖ ਭੋਗਣਾ, ਦੁੱਖ ਭੋਗ ਭੋਗ ਕੇ ਤੇਰੇ ਪਿਛਲੇ ਪਾਸੇ ਸਰੀਰ 'ਚ ਜ਼ਖਮ ਹੋਣੇ, ਉਹਨਾਂ 'ਚ ਕੀੜੇ ਪੈਣੇ, ਫੇਰ ਤੂੰ ਮਰਨਾ। ਇੰਨੀ ਜ਼ਿਆਦਾ ਸਜ਼ਾ ਹੁੰਦੀ ਹੈ। ਜਿਹੜੇ ਮੰਤਰ ਜੰਤਰ ਤੰਤਰ ਕਰਨ ਵਾਲੇ ਨੇ, ਇਹਨਾਂ ਦਾ ਅੰਤ ਬਹੁਤ ਭੈੜਾ ਹੁੰਦਾ, ਕਿਉਂਕਿ ਕੰਮ ਤਾਂ ਕੋਈ ਸਹੀ ਕਰਦੇ ਹੀ ਨਹੀਂ। ਇਸ ਕਰਕੇ ਜੇ ਉਹ ਸੁਣਦੇ ਹੁਣ ਤਾਂ ਸਮਝ ਵੀ ਲੈਣ, ਚੰਗੇ ਕੰਮ ਕਰੋ। ਗੁਰੂ ਨਾਨਕ ਸਾਹਿਬ ਨੇ ਕਿਹਾ ਨਾਮ ਜਪੋ, ਦੇਗ ਕਰੋ, ਅਰਦਾਸ ਕਰੋ, ਸਰਬੱਤ ਦਾ ਭਲਾ ਮੰਗੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ 'ਚ ਸਰਬੱਤ ਦਾ ਭਲਾ ਮੰਗਣਾ ਸਭ ਤੋਂ ਵੱਡਾ ਕਰਮ ਹੈ। ਸਤ ਸੰਗਤ ਸੋ ਮਿਲ ਕਾਲ ਬਤਾਵਹੁ, ਮੈਲ ਅਮੰਗਲ ਕੀ ਹਰੀਏ। ਫਿਰ ਸਤ ਸੰਗਤ ਦੇ ਵਿੱਚ ਮਿਲ ਕੇ ਆਪਣਾ ਸਮਾਂ ਬਤੀਤ ਕਰੋ। ਇਹ ਜਿਹੜੀ ਅਮੰਗਲ ਦੀ ਮੈਲ ਕਹੀ ਆ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ, ਦੁੱਖਾਂ ਦੀ ਮੈਲ ਜਿਹੜੀ ਆ ਨਾ, ਇਹ ਸਤ ਸੰਗਤ ਵਿੱਚ ਮਿਲ ਕਰਕੇ ਹੀ ਦੂਰ ਹੁੰਦੀ ਹੈ। ਜਾਂ ਅਮੰਗਲ ਹੁੰਦਾ, ਅਮੰਕਨ ਹੁੰਦਾ ਪਾਪਾਂ ਦੀ ਮੈਲ। ਪਾਪਾਂ ਦੀ ਮੈਲ ਸਤ ਸੰਗਤ ਵਿੱਚ ਮਿਲ ਕੇ ਹੌਲੀ ਹੌਲੀ ਧੋਣੀ ਚਾਹੀਦੀ ਇਨਸਾਨ ਨੂੰ। ਇਹ ਭਾਂਤ ਦਿਓ ਉਪਦੇਸ਼ ਤਨੈ ਪੁਨ, ਆਪ ਚਲੈ ਭਿਖ ਜਾਂ ਧਰੀਏ। ਸੋ ਜਿਨ੍ਹਾਂ ਨੂੰ ਤੱਕ ਕੇ ਹੀ ਤਰ ਜਾਈਦਾ, ਧੰਨ ਗੁਰੂ ਨਾਨਕ ਸਾਹਿਬ ਦੇ ਸਿਰਫ ਦਰਸ਼ਨ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਫਿਰ ਹੋਰ ਜਗ੍ਹਾ ਤੇ, ਹੋਰ ਦੇਸ਼ ਨੂੰ, ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਚੱਲੇ। ਦੋਹਰਾ ਅਸ ਪ੍ਰਕਾਰ ਕੀ ਸੁਮਤ ਦੇ, ਅੰਤ ਦੇਸ਼ ਜਗਤੇਸ, ਗਵਨੈ ਪੂਰਨ ਕਾਮਨਾ ਜੋ ਸਿਵ ਨਾਭ ਨਰੇਸ। ਹੁਣ ਉੱਥੋਂ ਜਦੋਂ ਚੱਲੇ ਨੇ, ਗਵਨੇ ਪੂਰਨ ਕਾਮਨਾ ਪੂਰਨ ਕਰਨ ਲਈ ਸ਼ਿਵ ਨਾਭ ਜਿਹੜਾ ਰਾਜਾ ਹੈ, ਉਹਦੇ ਵੱਲ ਨੂੰ ਹੁਣ ਉੱਥੋਂ ਚਾਲੇ ਪਾ ਦਿੱਤੇ ਹਨ। ਕਿਉਂ 47ਵਾਂ ਪ੍ਰਸੰਗ ਜਿਹੜਾ ਹੈ ਅੱਗੇ ਪ੍ਰਾਰੰਭ ਕਰਦੇ ਹਨ। ਪਹਿਲਾਂ
ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨੌਹਾਂ ਦੀ ਸੁੰਦਰਤਾ ਹੀ ਦੱਸਦੇ ਨੇ। ਔਰ ਫਿਰ ਉਹਦੇ ਬਾਅਦ ਸੰਗਲਾ ਦੀਪ ਤੇ ਰਾਜੇ ਸ਼ਿਵਨਾਭ ਨੂੰ ਤਾਰਨਾ ਹੈ। ਦੋਹਰਾ ਸ੍ਰੀ ਗੁਰ ਪਦ ਨਖ ਕਾਂਤ ਜੇ ਰੂਚਰ ਚੰਦਰ ਕਾ ਮਾਨ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੇ ਸੁੰਦਰ ਨੌ ਨੇ ਨਾ ਜਿਹੜੇ, ਉਹਨਾਂ ਦੀ ਸੁੰਦਰਤਾ ਬੜੀ ਸੁੰਦਰਾ, ਮਾਨੋ ਸੁੰਦਰ ਚਾਂਦਨੀ ਹੈ। ਉਹ ਚਾਂਦਨੀ ਜਿਹੜੀ ਹੈ ਚਰਨਾਂ ਕਮਲਾਂ ਦੇ ਨੌਹਾਂ ਦੀ ਲਿਸ਼ਕ ਜਿਹੜੀ ਹੈ ਬਹੁਤ ਜ਼ਿਆਦਾ ਹੈ। ਕਰ ਚਕੋਰ ਮਨ ਆਪਨੋ ਕਹੋ ਕਥਾਗਤ ਦਾਨ। ਮੈਂ ਆਪਣੇ ਮਨ ਨੂੰ ਗੁਰੂ ਕੇ ਚਰਨਾਂ ਦੇ ਚਕੋਰ ਬਣਾ ਕਰਕੇ ਮੁਕਤੀ ਦੇ ਦੇਣਹਾਰੀ ਮੁਕਤੀ ਦਾਤੇ ਦੀ ਕਥਾ ਜਿਹੜੀ ਅੱਗਿਓਂ ਵਰਣਨ ਕਰਦਾ ਹਾਂ। ਚੌਪਈ ਅਬ ਸ੍ਰੀ ਨਾਨਕ ਕੀਨ ਪਿਆਨਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਪਿਆਨਾ ਕੀਤਾ, ਚੱਲਣਾ ਕੀਤਾ ਹੈ। ਮੈਂ ਪੁਨ ਸੰਗ ਦੁਤੀਏ ਮਰਦਾਨਾ। ਸੋ ਮੈਂ ਸੀ ਉਸ ਵਕਤ ਦੂਸਰਾ ਭਾਈ ਮਰਦਾਨਾ ਸੀ। ਦੇ ਕਰ ਕਿਤ ਕਥਾਨ ਉਪਦੇਸਾ। ਦੇ ਕਰਕੇ ਕਿੰਨੇ ਕੁ ਥਾਵਾਂ ਦੇ ਉੱਤੇ ਉਪਦੇਸ਼। ਸਿਮਰਹੁ ਸਤਨਾਮ ਜਗਤੇਸਾ। ਸਾਰਿਆਂ ਥਾਵਾਂ ਤੇ ਉਪਦੇਸ਼ ਦਿੰਦੇ ਗਏ ਸਤਨਾਮ ਵਾਹਿਗੁਰੂ ਦਾ, ਪਰਮਾਤਮਾ ਦਾ ਨਾਮ ਜਪੋ ਭਾਈ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ। ਸੋ ਨਗਰ ਗ੍ਰਾਮ ਦੇ ਵਿੱਚ, ਸ਼ਹਿਰਾਂ ਪਿੰਡਾਂ ਵਿੱਚ ਸ਼ੁਭ ਰਸਤਾ ਸਿੱਖੀ ਦਾ ਦੱਸਦੇ ਹੋਏ, ਕਿਉਂਕਿ ਦੂਰ ਬੜੀ ਹੈ ਨਾ, 10,000 ਕਿਲੋਮੀਟਰ ਮੇਰਾ ਖਿਆਲ ਪੈ ਜਾਣਾ ਸ਼੍ਰੀ ਲੰਕਾ ਨੇ ਨਨਕਾਣਾ ਸਾਹਿਬ ਵੱਲੋਂ ਜਦੋਂ ਤੁਰੇ ਨੇ, ਕਿਉਂਕਿ ਦੂਰ ਹੈ, ਕਿੰਨਾ ਪੈਂਡਾ ਤੈਅ ਕਰਨਾ ਹੈ। ਪਹਿਲਾਂ ਇੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੰਗਾਲ ਵੱਲ ਨੂੰ ਗਏ ਨੇ, ਉੱਥੋਂ ਨਾਲ ਹੋ ਕੇ ਸੋ ਇੱਧਰ ਨੂੰ ਅੱਗੇ ਜਾਂਦੇ ਫਿਰ ਸਤਿਗੁਰੂ ਜੀ ਥੱਲੇ ਚਲੇ ਜਾਣਾ ਇੰਡੀਆ ਨਕਸ਼ੇ ਤੇ, ਫਿਰ ਇੱਕ ਛੋਟਾ ਜਿਹਾ ਇਲਾਕਾ ਸਮੁੰਦਰ ਵੀ ਲੰਘਣਾ, ਫਿਰ 30 ਕਿਲੋਮੀਟਰ ਸਮੁੰਦਰੀ ਰਸਤਾ, ਫਿਰ ਅੱਗੇ ਜਾ ਕੇ ਇਹ ਲੰਕਾ ਜੋ ਜਾਫਨਾ ਸ਼ਹਿਰ ਪੈਂਦਾ, ਸੰਗਲਾ ਦੀਪ ਜਿਸ ਦਾ ਪੁਰਾਣਾ ਨਾਮ ਹੈ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਉਧਰ ਵੱਲ ਚੱਲੇ। ਚਲਤ ਸਾਗਰ ਪੁਨਿਆਵਾ। ਕਹਿੰਦੇ ਲਓ ਜੀ ਚਲਦਿਆਂ ਹੁਣ ਸਮੁੰਦਰ ਆ ਗਿਆ। ਜਾਏ ਭਏ ਠਾਂਡੇ ਤਹਿ ਤੀਰਾ। ਜਾ ਕਰਕੇ ਉਹਦੇ ਤੀਰਾ ਤੋਂ ਭਾਵ ਕਿਨਾਰੇ ਤੇ ਖੜੇ ਹੋ ਗਏ ਨੇ। ਬੋਲੇ ਸ੍ਰੀ ਮੁਖ ਵਾਕ ਗੰਭੀਰਾ। ਗੰਭੀਰ ਵਾਕ ਉਸ ਵਕਤ ਗੰਭੀਰ ਸਤਿਗੁਰੂ ਜੀ ਬੋਲੇ। ਕਹੋ ਬਾਲਾ ਸਾਗਰ ਅਸਗਾਹਾ। ਦੱਸ ਭਾਈ ਬਾਲਿਆ, ਜਿਹੜਾ ਡੂੰਘਾ ਸਮੁੰਦਰ ਹੈ, ਕਹੂੰ ਨਾ ਪੈਤ ਇਹ ਕੋ ਥਾਹਾ। ਭਾਈ ਇਹ ਡੂੰਘਾ ਸਮੁੰਦਰ, ਇਹਦਾ ਥਾਂ ਤਾਂ ਕੋਈ ਨਹੀਂ, ਬਹੁਤ ਜ਼ਿਆਦਾ ਡੂੰਘਾ ਹੈ। ਜਾਨੋ ਪਾਰ ਚਹਿਤ ਹਮ ਮਨ ਮੈਂ। ਅਸੀਂ ਮਨ ਚ ਚਾਹੁੰਦੇ ਆ ਕਿ ਅਸੀਂ ਇਸ ਸਮੁੰਦਰ ਨੂੰ ਪਾਰ ਕਰਕੇ ਪਰਲੇ ਪਾਰ ਪਹੁੰਚ ਜਾਈਏ ਜੀ। ਕਿਸ ਪ੍ਰਕਾਰ ਗਮਨੈ ਅਬ ਬਨ ਮੈਂ। ਕਿਸ ਤਰੀਕੇ ਨਾਲ ਹੁਣ ਇਹ ਪਾਣੀ ਦੇ ਵਿੱਚ ਆਪਾਂ ਬਾਲਿਆ ਤੁਰਾਂਗੇ ਭਾਈ, ਕੋਈ ਰਸਤਾ ਵੀ ਨਹੀਂ, ਕਿਸ਼ਤੀ ਵੀ ਨਹੀਂ, ਕੋਈ ਜਹਾਜ਼ ਨਹੀਂ, ਕਿਵੇਂ ਜਾਵਾਂਗੇ ਆਪਾਂ। ਨਿਕਟ ਨਾ ਕੋ ਅਬ ਜਾਏ ਜਹਾਜਾ। ਕੋਈ ਜਹਾਜ਼ ਵੀ ਨੇੜੇ ਨਹੀਂ, ਦੱਸੋ ਫਿਰ ਕਿਵੇਂ ਚੱਲੀਏ ਹੁਣ। ਜਾਂਤੇ ਪਾਰ ਜਾਣ ਹੈ ਕਾਜਾ। ਪਰ ਆਪਾਂ ਇਹ ਤੋਂ ਪਾਰ ਜਾਣਾ, ਆਪਾਂ ਨੂੰ ਅੱਗੇ ਜਾ ਕੇ ਕੰਮ ਵੀ ਹੈ ਰਾਜੇ ਦੇ ਨਾਲ। ਤੂੰ ਸਿਆਣੋ ਕਸ ਮਸਲਤ ਦੀਜੈ। ਭਾਈ ਅੰਬਾਲਾ ਤੂੰ ਬਹੁਤ ਸਿਆਣਾ, ਤੋ ਸਾਨੂੰ ਸਲਾਹ ਦੇ ਫਿਰ ਤੂੰ ਵੀ ਕਿਵੇਂ ਆਪਾਂ ਨੂੰ ਜਾਣਾ ਚਾਹੀਦਾ। ਜਿਸ ਪ੍ਰਕਾਰ ਤੇ ਗਮਨ ਕਰੀਜੈ। ਜਿਸ ਤਰੀਕੇ ਨਾਲ ਇਸ ਤੋਂ ਪਾਰ ਹੋਈਏ, ਇਸ ਪਾਣੀ ਤੋਂ ਪਰਲੇ ਪਾਰ ਜਾ ਲੱਗੀਏ। ਸੁਣੀਏ ਸ੍ਰੀ ਅੰਗਦ ਗਤ ਦਾਨੀ। ਸੁਣੋ ਹੈ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਮੈਂ ਬੇਨਤੀ ਕਰਾਂ ਜੀ। ਗੁਰ ਸੋ ਮੈਂ ਬੋਲਿਓ ਅਸਬਾਨੀ। ਸਤਿਗੁਰਾਂ ਦੇ ਨਾਲ ਮੈਂ ਐਸੇ ਬਚਨ ਬੋਲੇ ਉਸ ਵਕਤ, ਜੋ ਪਾਹਨ ਲਿਆ ਔਰ ਡੋਬੰਤੇ। ਸੋ ਜਿਹੜੇ ਪਾਹਨ ਪੱਥਰ ਹੁੰਦੇ ਨੇ ਉਹ ਹੋਰਾਂ ਨੂੰ ਲੈ ਕੇ ਡੁੱਬ ਜਾਂਦੇ ਨੇ। ਤੁਮਰੇ ਬਚਨਨ ਤੇ ਸੋ ਤਰੰਤੇ। ਤੁਹਾਡੇ ਬਚਨਾਂ ਨਾਲ ਤਾਂ ਮਹਾਰਾਜ ਪੱਥਰ ਵੀ ਤਰ ਜਾਂਦੇ ਨੇ ਜੀ। ਜਿਹੜੇ ਪੱਥਰ ਹੋਰਾਂ ਨੂੰ ਲੈ ਕੇ ਡੁੱਬਦੇ ਆ ਨਾ, ਤੁਹਾਡੇ ਬਚਨਾਂ ਨਾਲ ਤਾਂ ਉਹ ਪੱਥਰ ਵੀ ਤਰ ਜਾਂਦੇ ਨੇ। ਗੁਰੂਏ ਗਿਰ ਸਾਗਰ ਪਰ ਤਾਰੇ। ਭਾਰੇ ਪਹਾੜ ਵੀ ਤੁਸੀਂ ਤਾਂ ਸਮੁੰਦਰ ਤੇ ਤਾਰ ਦਿੱਤੇ ਨੇ। ਮਾਨਵ ਕੀ ਕਿਆ ਗੰਤ ਉਚਾਰੇ। ਬੰਦਿਆਂ ਦੀ ਤਾਂ ਫਿਰ ਗਿਣਤੀ ਹੋਈ ਕੀ ਹੈ ਜੀ। ਨਾਮ ਲੈ ਜੋ ਤੁਮ ਦਿਨ ਰਹਿਣਾ। ਸੋ ਜਿਹੜਾ ਦਿਨ ਰਾਤ ਤੁਸੀਂ ਨਾਮ ਲੈਂਦੇ ਹੋ, ਜਿਹੜਾ ਤੁਹਾਡਾ ਨਾਮ ਲੈਂਦਾ ਹੈ, ਸੋ ਭਉਜਲ ਲੰਘੈ ਸੁਖ ਚੈਨਾ। ਉਹ ਸੰਸਾਰ ਸਾਗਰ ਤੋਂ ਬੜੇ ਸੁਖ ਦੇ ਨਾਲ ਲੰਘ ਜਾਂਦਾ ਜਿਹੜਾ ਤੁਹਾਡਾ ਨਾਮ ਲੈਂਦਾ। ਜਦ ਸੰਸਾਰ ਸਾਗਰ ਤੋਂ ਲੰਘ ਜਾਂਦਾ, ਫਿਰ ਆਹ ਛੋਟਾ ਜਿਹਾ ਸਮੁੰਦਰ ਕੀ ਚੀਜ਼ ਹੈ ਜੀ। ਇਹ ਸਾਗਰ ਕਿਆ ਤਰਨ ਦੁਹੇਲਾ। ਇਹ ਸਾਗਰ ਨੂੰ ਤਰਨਾ ਫਿਰ ਕੀ ਔਖਾ ਹੈ। ਤਾਰੋ ਭਉਜਲ ਪੂਰ ਸੁਹੇਲਾ। ਆਪ ਜੀ ਤਾਂ ਸਾਰੀ ਦੁਨੀਆ ਨੂੰ ਤਾਰ ਦਿਓ, ਸੰਸਾਰ ਸਾਗਰ ਤੋਂ ਸੁਖੈ ਨਹੀਂ। ਸੁਨ ਪ੍ਰਸਿੱਧ ਭੈ ਬਹੁ ਗਤ ਦਾਨੀ। ਮਹਾਰਾਜ ਬਹੁਤ ਪ੍ਰਸੰਨ ਹੋਏ ਵੀ ਬਹੁਤ ਸ਼ਰਧਾ ਹੈ ਬਈ ਬਾਲਾ, ਤੇਰੇ ਮਨ ਦੇ ਅੰਦਰ ਬਹੁਤ ਸ਼ਰਧਾ ਹੈ, ਤੈਨੂੰ ਗਿਆਨ ਹੈ, ਤੈਨੂੰ ਪਰਖਦੇ ਸੀ
ਵੀ ਤੇਰੇ ਅੰਦਰ ਕਿੰਨੀ ਸ਼ਰਧਾ ਹੈ। ਬੋਲੇ ਪਰਮ ਮਨੋਹਰ ਬਾਣੀ, ਉਸ ਵਕਤ ਬੜੀ ਪਰਮ ਮਿੱਠੀ ਮਨੋਹਰ ਮਨ ਨੂੰ ਖਿੱਚ ਲੈਣ ਵਾਲੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਬੋਲੇ। ਸ੍ਰੀ ਮੁਖ ਵਾਕ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਜਾਪ ਕੀਤਾ, ਕਹਿੰਦੇ ਓੰਕਾਰ ਜੋ ਇੱਕੋ ਇੱਕ ਹੈ, ਜਿਹਦਾ ਨਾਮ ਸੱਚਾ ਹੈ, ਜੋ ਸਾਰਿਆਂ ਦਾ ਕਰਤਾ, ਪੁਰਖ ਜੋ ਪੂਰਨ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਜੋ ਕਾਲ ਤੋਂ ਰਹਿਤ ਹਸਤੀ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਸੁਤੇ ਸਿੱਧ ਪ੍ਰਕਾਸ਼ ਹੈ, ਗੁਰਾਂ ਦੀ ਕਿਰਪਾ ਨਾਲ ਜੋ ਪ੍ਰਾਪਤ ਹੁੰਦਾ ਹੈ। ਚੌਪਈ ਇਹ ਸ਼ਲੋਕ ਪਠ ਕਰ ਮੁਖ ਆਛੇ, ਇਹ ਸ਼ਲੋਕ ਪੜ੍ਹਦਿਆਂ ਹੋਇਆਂ ਮੁਖ ਦੇ ਵਿੱਚ ਅੱਛੇ ਤਰੀਕੇ ਨਾਲ ਆਵੋ ਗਮਨੇ ਹਮਰੇ ਪਾਛੇ, ਆਓ ਸਾਡੇ ਪਿੱਛੇ ਪਿੱਛੇ ਤੁਸੀਂ ਤੁਰੇ ਆਓ। ਹੁਣ ਅਸ ਕੈ ਸਾਗਰ ਪਰਗੁਣ ਖਾਨੀ, ਇਸ ਤਰ੍ਹਾਂ ਕਹਿ ਕਰਕੇ ਸਾਗਰ ਦੇ ਉੱਤੇ ਗੁਣਾਂ ਦੀ ਖਾਣ, ਹਲੇ ਸ਼ਲੋਕ ਹੀ ਹੈ ਇਹ ਤੁਮਾਰਾ ਸੱਚੇ ਪਾਤਸ਼ਾਹ ਨੇ, ਕਿਉਂਕਿ ਹਲੇ ਤੱਕ ਇਹ ਤਾਂ ਨਹੀਂ ਆਇਆ ਵੀ ਜਪਜੀ ਸਾਹਿਬ ਦੀ ਹਲੇ ਅੱਗੇ ਰਚਨਾ ਹੋਈ ਹੈ। ਹਲੇ ਤੱਕ ਤਾਂ ਇੰਨਾ ਹੀ ਸਤਿਗੁਰੂ ਮਹਾਰਾਜ ਕਹਿੰਦੇ ਜਾਪ ਕਰਦੇ ਸਾਡੇ ਪਿੱਛੇ ਪਿੱਛੇ ਆ ਜਾਓ। ਇਸ ਤਰ੍ਹਾਂ ਪਿੱਛੇ ਪਿੱਛੇ ਜਾ ਰਹੇ ਹਨ। ਚਲੇ ਜਾਤ ਪਗ ਸਵੈਤ ਨਾ ਪਾਨੀ, ਹੁਣ ਚਲੇ ਜਾਂਦੇ ਨੇ ਸਮੁੰਦਰ ਦੇ ਉੱਤੇ, ਪਰ ਪੈਰਾਂ ਨੂੰ ਪਾਣੀ ਨਹੀਂ ਛੋਹ ਰਿਹਾ। ਇਹ ਵੀ ਕਲਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਸ੍ਰੀ ਗੁਰ ਪਾਛੇ ਮੈਂ ਮਰਦਾਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਪਿੱਛੇ ਮੈਂ ਅਤੇ ਉਦੋਂ ਪਿੱਛੇ ਭਾਈ ਮਰਦਾਨਾ, ਜਿਉ ਹੀ ਕੀਨੋ ਹਮ ਪਰਸਾਨਾ, ਪ੍ਰਸਥਾਨਾ ਕੀਤਾ ਉਸੇ ਤਰ੍ਹਾਂ ਹੀ ਅਸੀਂ ਤੁਰਨਾ ਕੀਤਾ ਹੈ ਜੀ। ਪੀਗੋ ਕਹੂੰ ਨ ਜਲ ਸੋ ਚਰਨਾ, ਪਰ ਕਮਾਲ ਦੀ ਗੱਲ ਹੈ ਵੀ ਸਾਡੇ ਜਿਹੜੇ ਪੈਰ ਸੀ ਉਹ ਭਿੱਜੇ ਨਹੀਂ ਹੈ ਪਾਣੀ ਦੇ ਵਿੱਚ। ਇਹਦੇ ਉੱਤੇ ਭਾਈ ਵੀਰ ਸਿੰਘ ਨੇ ਆਪਣਾ ਨੋਟ ਦਿੱਤਾ, ਜਿਹੜਾ ਕਹਿੰਦੇ ਪਾਣੀ ਉੱਤੇ ਤੁਰ ਲੈਣਾ ਆਦਿਕ ਸ਼ਕਤੀਆਂ ਨੂੰ ਅਨਹੋਣੀ ਗੱਲ ਕਹਿ ਦੇਣਾ ਠੀਕ ਨਹੀਂ। ਕਹਿੰਦੇ ਯੋਗ ਦੇ ਤਰੀਕੇ ਮੁਜਬ ਸਮਾਹਿਤ ਚਿੱਤ ਜਿਸ ਗੱਲ ਪਰ ਸੰਯਮ ਧਾਰਨਾ ਧਿਆਨ ਸਮਾਧੀ ਕਰੇ ਉਹ ਸਿੱਧ ਕਰ ਸਕਦਾ। ਸੋ ਜਲ ਚਿੱਕੜ ਕੰਡਿਆਂ ਉੱਪਰ ਟੁਰ ਸਕਣਾ ਯੋਗੀ ਲਈ ਯੋਗ ਦਰਸ਼ਨ ਦੇ ਵਿਭੂਤੀ ਪਾਦ ਅੰਕ 38 ਚ ਦੱਸਿਆ। ਮੁਸਲਮਾਨਾਂ ਤੇ ਈਸਾਈਆਂ ਦੇ ਪੈਗੰਬਰ ਹਜ਼ਰਤ ਈਸਾ ਜੀ ਦਾ ਜਲ ਪਰ ਤੁਰਨਾ ਮਤੀ ਦੀ ਅੰਜੀਲ ਬਾਬ 14 ਆਇਤ 25 ਵਿੱਚ ਲਿਖਿਆ। ਪੱਛਮੀ ਦੁਨੀਆ ਵਿੱਚ ਜਿੱਥੇ ਇਸ ਵੇਲੇ ਸਾਇੰਸ ਦਾ ਡੰਕਾ ਵੱਜ ਰਿਹਾ ਹੈ, ਸੋ ਕਾਂਕੈਸਟ ਆਫ ਡੈਥ ਨਾਮੇ ਕਿਤਾਬ ਵਿੱਚ ਲੇਖਕ ਦਾ ਆਪਣਾ ਤਜਰਬਾ ਦਿੱਤਾ ਕਿ ਬਿਨਾਂ ਕਿਸੇ ਸਰੀਰਕ ਪ੍ਰਬੰਧ ਦੇ ਮੈਂ ਮੰਜੇ ਸਮੇਤ ਉੱਚੀ ਉੱਠਦੀ ਚਲੀ ਗਈ ਕਿ ਛੱਤ ਨੂੰ ਜਾ ਹੱਥ ਲਾਇਆ। ਇੱਕ ਮਜ਼ਬੂਤ ਮੇਜ਼ ਤੇ ਬੈਠ ਕੇ ਮੇਜ਼ ਸਮੇਤ ਉੱਚੀ ਉੱਠਦੀ ਗਈ, ਜਿੱਥੋਂ ਤਾਈਂ ਕਿ ਸਾਰਾ ਸਿਰ ਛੱਤ ਨਾਲ ਜਾ ਲੱਗਿਆ। ਦੇਖੋ ਕਾਂਕੈਸਟ ਆਫ ਡੈਥ, ਸੋ ਬਾਈ ਹੈਲਨ ਵਿਲਮੈਨਸ, ਸਫਾ 73 ਤੇ। ਸ੍ਰੀ ਗੁਰੂ ਜੀ ਜੋ ਆਤਮ ਬਲ ਦੇ ਬਲੀ ਸੂਰਮੇ ਨੇ, ਉਹਨਾਂ ਲਈ ਤੇ ਗੱਲ ਕੋਈ ਖਾਸ ਹੀ ਨਹੀਂ ਹੈ। ਇੱਥੇ ਆਪਣੇ ਸਿੰਘ ਬਥੇਰੇ ਅਭਿਆਸ ਕਰਦੇ ਆ, ਮੂਲ ਮੰਤਰ ਦਾ ਅਭਿਆਸ ਕਰਦੇ। ਕੋਈ ਸਿੰਘ ਐਸੇ ਇਲਾਕੇ 'ਚ ਅਭਿਆਸ ਕਰਦਾ ਸੀ, ਸੋ ਬਾਹਰ ਕੰਮ ਚੱਲਦਾ ਸੀ, ਸੋ ਗੋਰੇ ਉੱਥੇ ਕੰਮ ਕਰਦੇ। ਜਦ ਉੱਥੇ ਉਹ ਗਿਆ ਲੈਣ ਕੋਈ ਚੀਜ਼ ਅੰਦਰੋਂ, ਉਹ ਸਿੰਘ ਸਮਾਧੀ ਲਾ ਕੇ ਬੈਠਾ, ਉਹ ਛੱਤ ਨੂੰ ਲੱਗਿਆ ਹੋਇਆ ਤਾਹਾਂ ਨੂੰ। ਉਹ ਜਦ ਗੋਰਾ ਅੰਦਰ ਗਿਆ, ਉਹ ਦੇਖ ਕੇ ਇੱਕਦਮ ਭੱਜਿਆ ਆ, ਕਹਿੰਦਾ ਉਹ ਤਾਂ ਤਾਹਾਂ ਨੂੰ ਉੱਡੀ ਜਾਂਦਾ, ਕਹਿੰਦਾ ਅੰਦਰ। ਇਸ ਕਰਕੇ ਇਹ ਤਾਂ ਚੀਜ਼ਾਂ ਬਥੇਰੀਆਂ ਦੇਖੀਆਂ। ਕਲਕੱਤੇ ਵੀ ਸਿੰਘ ਸੀ, ਫਿਰ ਉਹ ਛੱਤ ਵਾਲਾ ਪੱਖਾ ਲਹਾ ਕੇ ਫਿਰ ਸਾਈਡ ਵਾਲਾ ਪੱਖਾ ਲਵਾਇਆ ਸੀ, ਤਾਹਾਂ ਨੂੰ ਉੱਡ ਜਾਂਦੀ। ਇਹ ਮੂਲ ਮੰਤਰ ਦਾ ਅਭਿਆਸ ਕਰਦਿਆਂ ਕਰਦਿਆਂ, ਗੁਰਬਾਣੀ ਪੜ੍ਹਦਿਆਂ ਸਰੀਰ ਹਲਕਾ ਫੁੱਲ ਹੋ ਜਾਂਦਾ, ਸਰੀਰ ਹੀ ਤਾਹਾਂ ਨੂੰ ਉੱਡਣ ਲੱਗ ਜਾਂਦਾ। ਜਿਵੇਂ 48 ਸਿੰਘ ਵਿਦੇਹ ਮੁਕਤ ਹੋ ਗਏ 10ਵੇਂ ਪਾਤਸ਼ਾਹ ਵੇਲੇ ਕਥਾ ਸੁਣ ਕੇ, ਉਹ 48 ਦੇ 48 ਸਣ ਦੇ ਹੀ ਉੱਡ ਚੱਲੇ ਸੀ ਤਾਹਾਂ ਨੂੰ। ਇਸ ਤਰ੍ਹਾਂ ਇਹ ਗੁਰਬਾਣੀ ਵਿੱਚ ਕਲਾ ਵਰਤਦੀ ਹੈ। ਪਰ ਇੱਥੇ ਹੋਰ ਵੀ ਧਰਮਾਂ ਬਾਰੇ ਭਾਈ ਵੀਰ ਸਿੰਘ ਨੇ ਖੋਜ ਕਰਕੇ ਜ਼ਿਕਰ ਕੀਤਾ ਹੈ। ਕਰਨਾ ਕੀਨੀ ਤਾਰਨ ਤਰਨਾ, ਉਸ ਵਕਤ ਕਿਰਪਾ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਡੇ ਉੱਤੇ। ਜਾਏ ਪਹੁੰਚੇ ਥੋ ਇੱਕ ਟਾਪੂ, ਉੱਥੇ ਜਾ ਪਹੁੰਚੇ ਜਿੱਥੇ ਇੱਕ ਬੜਾ ਸੁੰਦਰ ਟਾਪੂ ਸੀ। ਨਾਮ ਜਪਾਇਓ ਸੰਕਟ ਖਾਪੂ, ਜਿਨ੍ਹਾਂ ਨਾਮ ਜਪਾਇਆ ਦੁੱਖਾਂ ਦੇ ਨਾਸ ਕਰਨ ਵਾਲਾ ਉੱਥੇ। ਨਾਗਾ ਬੰਦਰ ਤਾਂਕੋ ਨਾਮਾ, ਇਹ ਨਾਗਾ ਬੰਦਰ ਨਾਮ ਸੀ ਇਹਦਾ। ਨਾਮ ਹੁਣ ਭਾਈ ਵੀਰ ਸਿੰਘ ਆਪਣੀ ਖੋਜ ਕਰਕੇ ਦੱਸਦੇ, ਮਦਰਾਸ ਦੇ ਇਲਾਕੇ ਕੋਰੂ ਮੰਡਲ ਕਿਨਾਰੇ ਦੇ ਸੋ ਬੰਦਰਾਂ ਵਿੱਚੋਂ ਇੱਕ ਬੰਦਰਗਾਹ ਦਾ ਨਾਮ ਹੈ ਨਾਗਾਪਟਨਮ ਜਾਂ ਨਾਗਾਪਟਮ ਹੁਣ ਤੱਕ ਹੈ। ਹੁਣ ਸਮੁੰਦਰ ਬਸਤੀ ਤੋਂ ਕੁਝ ਪਰੇ ਹੋ ਗਿਆ, ਪਰ ਬੰਦਰਗਾਹ ਇਸ ਥਾਂ ਅਜੇ ਵੀ ਹੈ। ਤੇ ਸੰਗਲਾ ਦੀਪ ਨੂੰ ਇੱਥੋਂ ਜਹਾਜ਼ ਜਾਂਦੇ ਹਨ। ਲੋਕੀ ਕਿਨਾਰੇ ਤੋਂ ਜਹਾਜ਼ਾਂ ਤੱਕ ਕਿਸ਼ਤੀਆਂ ਜਾਂਦੇ ਨੇ।
ਦੂਜੇ ਪਾਸੇ ਸੰਗਲਾਦੀਪ ਦੇ ਸਿਰੇ ਤੇ ਜਾਫਨਾ ਨਾਮੇ ਟਿਕਾਣਾ ਹੈ, ਜਿਹਨੂੰ ਹਕੀਕਤ ਰਾਹ ਮੁਕਾਮ ਵਿੱਚ ਜਾਪਾ ਬੰਦਰ ਲਿਖਿਆ ਹੋਇਆ। ਇਸ ਕਰਕੇ ਉਸ ਥਾਂ ਦੇ ਉੱਤੇ ਜਾਣਾ ਹੈ। ਉਹਨੇ ਆਗੇ ਗਮਨੇ ਸੁਖ ਧਾਮਾ, ਫਿਰ ਅੱਗੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਚਲੇ ਗਏ। ਹੁਤੋ ਦੇਸ ਜਾਹੇ ਸੰਗਲ ਦੀਪਾ, ਜਿੱਥੇ ਸੰਗਲਾਦੀਪ ਸੀ ਦੇਸ਼, ਉੱਥੇ ਗਏ ਹਨ। ਪਹੁੰਚੇ ਤਾਂ ਕੇ ਜਾਏ ਸਮੀਪਾ, ਉੱਥੇ ਜਾ ਕਰਕੇ ਉਹਦੇ ਨੇੜੇ ਪਹੁੰਚੇ। ਰਾਜੇ ਕੇ ਆਰਾਧਨ ਕਰਕੇ, ਰਾਜੇ ਦੇ ਯਾਦ ਕਰਨੇ ਕਰਕੇ ਉੱਥੇ ਪਹੁੰਚੇ ਨੇ। ਗਏ ਦੇਸ ਤੈ ਸੇਵ ਵਿਚਰ ਕੇ, ਉਸ ਵਕਤ ਉਸ ਰਾਜੇ ਦੀ ਸੇਵਾ ਦਾ ਵਿਚਾਰ ਕਰਕੇ ਉੱਥੇ ਗਏ ਵੀ ਉਹ ਬੜਾ ਸ਼ਰਧਾ ਵਾਲਾ ਹੈ। ਦੋਹਰਾ ਤੇ ਨਿਰਭਉ ਕੋ ਉਪਵਨ, ਹੁਤੋ ਸੁਸਕ ਖਰੋ ਜਿਹ ਥਾਨ। ਉਸ ਰਾਜੇ ਦਾ ਇੱਕ ਉਪਮਨ ਹੁੰਦਾ, ਬਾਗ ਬਗੀਚਾ ਛੋਟਾ ਜਿਹਾ ਸੀ, ਸੁੱਕਾ ਸੀ ਸਾਰਾ ਹੀ, ਕੋਈ ਬੂਟਾ ਉੱਥੇ ਹਰਾ ਨਹੀਂ ਸੀਗਾ, ਐਵੇਂ ਬੇਆਬਾਦ ਜਿਹਾ ਪਿਆ ਸੀ ਉਹ। ਸ੍ਰੀ ਗੁਰ ਪਰਵੇਸੇ ਤਾਸ ਮਹਿ, ਦਾਸਨ ਕੇ ਸੁਖਦਾਨ। ਦਾਸਾਂ ਨੂੰ ਸੁਖ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਉਹ ਸੁੱਕੇ ਹੋਏ ਬਾਗ ਦੇ ਵਿੱਚ ਜਾ ਬੈਠੇ। ਜਦੋਂ ਚੌਪਈ ਚਰਨ ਕਮਲ ਜਮ ਤਹਿਨਾ ਠਾਂ ਪਾਏ, ਜਦੋਂ ਤਿਸ ਥਾਂ ਤੇ ਗੁਰੂ ਨਾਨਕ ਦੇਵ ਜੀ ਨੇ ਚਰਨ ਕਮਲ ਪਾਏ ਜਾ ਕੇ, ਸੁੱਕੇ ਬਿਟਪ ਹਰੇ ਹਵਾ ਆਏ। ਉਹ ਸੁੱਕੇ ਦਰਖਤਾਂ ਵਿੱਚੋਂ ਕੁਰੰਬਲਾਂ ਫੁੱਟੀਆਂ ਆਈਆਂ, ਹੌਲੀ ਹੌਲੀ ਹਰੇ ਹੋ ਗਏ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਸਤਿਗੁਰੂ ਜਾ ਸੱਜਦੇ ਨੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਲਾ ਹੈ ਕਿ ਨਾਮ ਬਾਣੀ ਦੇ ਪ੍ਰਭਾਵ ਕਰਕੇ ਬੂਟੇ ਹਰੇ ਹੋ ਜਾਂਦੇ। ਰੱਬ ਦੇ ਪਿਆਰੇ ਇੱਕ ਵਾਰੀ ਕਹਿਣ ਲੱਗੇ, ਆ ਬੇਰੀ ਦਾ ਮੁੱਢ ਜਿਹਾ ਪਿਆ, ਕੋਈ ਮਹਾਂਪੁਰਖ ਸੀਗੇ, ਕਹਿੰਦੇ ਇਹਨੂੰ ਬੜੇ ਚਿਰ ਦਾ ਉੱਥੇ ਪਿਆ ਸੁੱਕਾ, ਕਹਿੰਦੇ ਇਹ ਲਾ ਹੀ ਦਿੰਦੇ ਇੱਥੇ। ਕਹਿੰਦੇ 7 ਬਚਨ ਪ੍ਰੇਮੀ ਵੀ ਫਿਰ ਸ਼ਰਧਾ ਵਾਲੇ ਸੀਗੇ, ਉਹਨਾਂ ਟੋਆ ਪੱਟਿਆ ਥੋੜਾ ਜਿਹਾ ਉੱਥੇ ਗੱਡਤਾ। ਕਹਿੰਦੇ ਲੈ ਭਾਈ ਇਹ ਕਿਸੇ ਟਾਈਮ ਹਰਾ ਹੋ ਜਾਊਗਾ। ਹੁਣ ਉਹ ਥੋੜੇ ਦਿਨਾਂ ਬਾਅਦ ਹਰਾ ਹੋ ਕੇ ਹੁਣ ਬੇਰੀ ਖੜੀ ਆ ਉੱਥੇ। ਇਸ ਤਰ੍ਹਾਂ ਮਹਾਂਪੁਰਖ ਕਰ ਸਕਦੇ ਨੇ, ਕਿਉਂਕਿ ਇਹ ਕੋਈ ਖਾਸ ਗੱਲ ਨਹੀਂ ਕਿ ਜਿਹਨੂੰ ਆਪਾਂ ਵੱਡਾ ਮੰਨਦੇ ਹਾਂ, ਉਹ ਤਾਂ ਬਹੁਤ ਕੁਝ ਕਰਨ ਨੂੰ ਸਮਰੱਥ ਹੁੰਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਹਨ ਸਾਡੇ ਕੋਲ, ਪ੍ਰਮਾਣ ਹਨ, ਪਰ ਜੇ ਸੁਣਾ ਦਈਏ ਫਿਰ ਖਲਬਲੀ ਮਚ ਜਾਂਦੀ। ਐਸਾ ਹੋ ਨਹੀਂ ਸਕਦਾ, ਆਹ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਸਾਰਾ ਕੁਝ ਹੀ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਰ ਸਕਦੇ ਨੇ। ਐਸਾ ਇੱਕ ਪ੍ਰਮਾਣ ਯਾਦ ਆਇਆ, ਜਦੋਂ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਗੰਗਾ ਨਗਰ ਨੂੰ ਜਦੋਂ ਜਾਂਦੇ ਸੀ, ਰਸਤੇ ਰੋਡੇ ਪਿੰਡ ਰਾਹ 'ਚ ਪੈਂਦਾ ਮਹਾਂਪੁਰਖਾਂ ਦਾ, ਜਾਂਦਿਆਂ ਵੀ ਕਈ ਵਾਰ ਠਹਿਰ ਜਾਣਾ, ਉੱਥੇ ਪ੍ਰਸ਼ਾਦਾ ਛਕਣਾ, ਮਹਾਂਪੁਰਖਾਂ ਨੂੰ ਮਿਲ ਕੇ ਜਾਣਾ। ਜਾਂਦਿਆਂ ਆਉਂਦੇ ਗੰਗਾ ਨਗਰ ਤੋਂ ਇੱਕ ਵਾਰ ਜਦੋਂ ਆ ਰਹੇ ਸੀ, ਰਾਤ ਦੇ 2 ਵਜੇ ਆ। ਉਸ ਵਕਤ ਰਾਤ ਦੇ 2 ਵਜੇ ਜਦੋਂ ਆਏ, ਸਾਰੇ ਜਾਗ ਪਏ, ਉੱਠ ਕੇ ਖੜੇ, ਪਰ ਪਰਿਵਾਰ ਪਹਿਲਾਂ ਹੀ ਸਾਰਾ ਜਾਗ ਰਿਹਾ। ਕਹਿੰਦੇ ਸਾਰੇ ਹੀ ਜਾਗ ਰਹੇ ਨੇ, ਖੜੇ ਨੇ ਸਾਰੇ, ਕੀ ਗੱਲ ਹੈ? ਕਹਿੰਦੇ ਜੀ ਤੁਸੀਂ ਜੋ ਆਉਣਾ ਸੀ ਉਸ ਵਕਤ ਇੱਕ ਛੋਟਾ ਜਿਹਾ ਗੇਂਦੇ ਦਾ ਸਿਹਰਾ ਪਿਆ ਸੀ, ਉਹ ਲਿਆ ਕੇ ਪਾਇਆ ਗਲ 'ਚ, ਸਤਿਕਾਰ ਕੀਤਾ, ਬੈਠੇ। ਦਹੀਂ ਕਹਿੰਦੇ ਲਿਆ ਜਰਨੈਲ ਸਿੰਘ, ਥੋੜਾ ਦਹੀਂ ਛਕਣਾ। ਉਸ ਵਕਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦਹੀਂ ਲਿਆਂਦਾ, ਦਹੀਂ ਲਿਆ ਕੇ ਜੇ ਦਿੱਤਾ, 1-2 ਘੁੱਟਾਂ ਭਰ ਕੇ ਨਾ, ਵੀਰ ਸਿੰਘ ਨਹੀਂ ਦੇਖਦਾ, ਤੇਰਾ ਭਰਾ ਕਿੱਧਰ ਗਿਆ ਵੀਰ ਸਿੰਘ ਵੱਡਾ? ਕਹਿੰਦੇ ਜੋ ਸੁੱਤਾ ਪਿਆ, ਥੱਕਿਆ ਸੀ। ਕਹਿੰਦੇ ਥੱਕਿਆ ਸੁੱਤਾ ਪਿਆ, ਉਹ ਤੁਸੀਂ ਸਾਰੇ ਜਾਗਦੇ ਹੋ, ਲੈ ਕੇ ਆ ਬੁਲਾ ਕੇ, ਮੈਂ ਉਹਨੂੰ ਮਿਲਣਾ। ਕਹਿੰਦੇ ਜੀ ਉਹ ਸੁੱਤਾ। ਉਹ ਕਹਿੰਦੇ ਨਹੀਂ, ਬੁਲਾ ਕੇ ਲੈ ਕੇ ਆ। ਮਹਾਂਪੁਰਖ ਕਹਿੰਦੇ ਮੈਂ ਫੇਰ ਕਿਹਾ, ਨਹੀਂ ਜੋ ਬਾਹਲਾ ਥੱਕਿਆ ਜੀ, ਉਹਨੇ ਉੱਠਣਾ ਨਹੀਂ। ਕਹਿੰਦੇ ਨਹੀਂ, ਬੁਲਾ ਕੇ ਲੈ ਕੇ ਆ, ਮੈਂ ਦਹੀਂ ਨਹੀਂ ਖਾਣਾ, ਆ ਪਿਆ ਦਹੀਂ। ਫਿਰ ਮਹਾਂਪੁਰਖ ਕਹਿੰਦੇ ਉਹ ਤਾਂ ਜੀ ਉਸ ਨੀਂਦ ਸੌਂ ਗਿਆ ਜਿੱਥੋਂ ਉੱਠ ਨਹੀਂ ਸਕਦਾ ਕੋਈ। ਕਹਿੰਦੇ ਅੱਛਾ। ਕਹਿੰਦੇ ਚੱਲ ਫਿਰ। ਉਸੇ ਵਕਤ ਉੱਠੇ, ਜਿਹੜਾ ਆਪਣੇ ਗਲ ਵਿੱਚ ਸਿਹਰਾ ਪਾਇਆ ਹੋਇਆ ਸੀ ਗੇਂਦੇ ਦੇ ਫੁੱਲਾਂ ਦਾ, ਭਾਈ ਵੀਰ ਸਿੰਘ ਦੇ ਸਿਰ ਤੋਂ ਜਾ ਕੇ ਕੱਪੜਾ ਲਾਹ ਕੇ, ਭਾਵ ਉਹ ਜਿਹੜਾ ਚਿੱਟਾ ਕੱਪੜਾ ਦਿੱਤਾ ਸੀ ਉੱਤੇ, ਉਹ ਜਾ ਕੇ ਉਹਦੇ ਗਲ 'ਚ ਪਾ ਕੇ ਕਹਿੰਦੇ ਉੱਠੋ ਵੀਰ ਸਿਆ, ਹਲੇ ਸੇਵਾ ਲੈਣੀ ਤੇ ਇੱਥੋਂ। ਉਹ ਉੱਠ ਕੇ ਬੈਠਾ ਹੋ ਗਿਆ, ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਸਾਰਾ ਟੱਬਰ ਹੈਰਾਨ ਹੋ ਗਿਆ। ਇਹ ਸਾਡੇ ਦੇਖਣ ਦੀਆਂ ਸਾਰੀਆਂ ਚੀਜ਼ਾਂ ਨੇ। ਐਸੀਆਂ ਬਹੁਤ ਚੀਜ਼ਾਂ ਦੇਖੀਆਂ, ਪਰ ਜੇ ਆਪਾਂ ਮੂਹਰੇ ਲਿਆਉਂਦੇ ਆ ਤਾਂ ਸਾਰੇ ਕਹਿਣਗੇ ਆਪਣਿਆਂ ਦੀ ਉਪਮਾ ਕਰੀ ਜਾਂਦਾ। ਹੌਲੀ ਹੌਲੀ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਂਦੀਆਂ, ਬਹੁਤ ਕੁਝ ਦੇਖਿਆ ਹੋਇਆ। ਇਹ ਸਾਰੀਆਂ ਚੀਜ਼ਾਂ ਹੁਣ ਜਿਹੜੇ ਲੋਕ ਕਦੇ ਇਹੋ ਜਿਹੇ ਮਹਾਤਮਾ ਨਾਲ ਰਹੇ ਨਹੀਂ, ਜਿਹਨਾਂ ਸੰਗਤ ਨਹੀਂ ਕੀਤੀ, ਉਹਨਾਂ ਵਿਚਾਰਿਆਂ ਨੂੰ ਕੀ ਪਤਾ ਕੀ ਹੁੰਦੀ ਆ, ਮਹਾਤਮਾ ਦੀ ਕਲਾ ਕੀ ਹੁੰਦੀ। ਆਹ ਜਿਹੜਾ ਹਜ਼ੂਰ ਸਾਹਿਬ ਸ਼ਿਕਾਰ ਘਾਟ ਦੇ ਕੋਲ ਪੁਲ ਬਣਿਆ ਹੋਇਆ, ਬਾਬਾ ਜੀਵਨ ਸਿੰਘ ਜੀ ਕਾਰ ਸੇਵਾ ਵਾਲਿਆਂ ਵੇਲੇ ਇਹ ਪੁਲ ਜਦੋਂ ਬਣਦਾ ਸੀ, ਡਿੱਗ ਪੈਂਦਾ, ਗੌਰਮੈਂਟ ਬਣਾਉਂਦੀ, ਡਿੱਗ ਪੈਂਦਾ। ਮਹਾਂਪੁਰਖ ਕਹਿਣ ਲੱਗੇ, ਮੁੱਖ ਮੰਤਰੀ ਅੰਤਲੇ ਹੁੰਦਾ ਸੀ ਮਹਾਰਾਸ਼ਟਰ ਦਾ, ਕਹਿੰਦੇ ਸਾਨੂੰ ਦੇ ਦਿਓ ਸੇਵਾ, ਅਸੀਂ ਕਰਵਾ ਦਿੰਦੇ, ਤੁਸੀਂ ਸਾਨੂੰ ਆਹ ਸਰੀਆ ਸੀਮਿੰਟ ਸਭ ਕੁਝ ਦੇ ਦਿਓ, ਅਸੀਂ ਬਣਾ ਦਿੰਦੇ।
ਉਹ ਕਹੇ ਜੀ ਬਾਬਾ ਜੀ ਸੱਚ ਬਚਨੋ, ਬਹੁਤ ਸ਼ਰਧਾਲੂ ਸੀਗਾ। ਸੋ ਉਸ ਵਕਤ ਬਾਬਾ ਜੀ ਨੂੰ ਸਾਰਾ ਕੁਝ ਦਿੱਤਾ ਉਹਨਾਂ ਨੇ। ਮਹਾਂਪੁਰਖਾਂ ਨੇ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕੀਤੀ ਔਰ ਸ਼ੁਰੂ ਕਰਤੀ, ਅਰਦਾਸ ਕਰਕੇ ਬੇਨਤੀ ਕਰਕੇ ਸ਼ੁਰੂ ਕਰਤਾ ਕੰਮ। ਸੋ ਜਿੱਥੇ ਵੀ ਪਹਿਲਾਂ ਖੋਦਦੇ ਸੀ ਨਾ ਥਾਂ, ਥੱਲਿਓਂ ਇੰਨਾ ਥਾਂ ਹੁੰਦਾ ਸੀ ਗਰਕਿਆ ਜਿਹਾ, ਉਹ ਸਾਰਾ ਥਮਲਾ ਜਿਹਾ ਥੱਲੇ ਹੀ ਚਲਿਆ ਜਾਂਦਾ ਸੀ। ਥੱਲੇ ਇੰਨਾ ਜ਼ਿਆਦਾ ਉੱਥੇ ਚਰਗਲ ਜੀ ਸੀ ਬਣੀ ਹੋਈ। ਉੱਥੇ ਬਹੁਤ ਬੰਦੇ, ਕਈ ਵਾਰ ਆ ਮਾਤਾ ਸਾਹਿਬ ਕੌਰ ਦੇ ਸਥਾਨ ਤੇ ਕਈ ਵਾਰ ਸਿੱਧਾ ਕੋਈ ਲੰਘ ਨਹੀਂ ਸਕਦਾ, ਕਿਉਂਕਿ ਉੱਥੇ ਇੰਨਾ ਜ਼ਿਆਦਾ ਉਸ ਥਾਂ ਦੇ ਉੱਤੇ ਚਿੱਕੜ ਜਿਹਾ, ਬੰਦਾ ਥੱਲੇ ਹੀ ਧੱਸ ਕੇ ਵਿੱਚ ਹੀ ਖਤਮ ਹੋ ਜਾਂਦਾ। ਬਾਬਾ ਜੀ ਨੇ ਅਰਦਾਸ ਕਰਕੇ ਜਦੋਂ ਪੁਲ ਸ਼ੁਰੂ ਕੀਤਾ ਬਣਾਉਣਾ, ਪੁਲ ਐਨ ਤਿਆਰ ਕਰਤਾ। ਉਸ ਵਕਤ ਅੰਤਲੇ ਨੂੰ ਸੁਨੇਹਾ ਭੇਜਿਆ ਮੁੱਖ ਮੰਤਰੀ ਨੂੰ, ਆ ਜਾ ਤੇ ਆਪਣੇ ਇੰਜੀਨੀਅਰ ਸਾਰੇ ਲਿਆ, ਪਰ ਉਦਘਾਟਨ ਨਹੀਂ ਤੂੰ ਕਰ ਸਕਦਾ, ਉਦਘਾਟਨ ਉਹ ਕਰੂਗਾ ਜਿਹਨੇ ਬਣਾਇਆ। ਅੰਤਲੇ ਕਹਿਣ ਲੱਗਿਆ ਮਹਾਰਾਜ ਉਹ ਕੌਣ ਹੈ? ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਕਹਿੰਦੇ ਪਹਿਲਾਂ ਜੀਪ ਤੇ ਇਹਨਾਂ ਦਾ ਸਵਾਰਾ ਹੋਵੇਗਾ, 5 ਪਿਆਰੇ ਅੱਗੇ ਅੱਗੇ ਜਾਣਗੇ, ਫੀਤਾ 5 ਪਿਆਰੇ ਕੱਟਣਗੇ, ਤੂੰ ਪਿਛਲੀ ਜੀਪ 'ਚ ਮੇਰੇ ਨਾਲ ਬਹਿ ਜੀ। ਫਿਰ ਸਾਰੇ ਇੰਜੀਨੀਅਰ ਬਾਬਾ ਜੀ ਨੂੰ ਪੁੱਛਣ ਲੱਗ ਗਏ, ਬਾਬਾ ਜੀ ਸਾਨੂੰ ਉਹ ਇੰਜੀਨੀਅਰ ਦਿਖਾਓ ਜਿਹਨੇ ਤੁਹਾਨੂੰ ਇਹ ਨਕਸ਼ਾ ਦਿੱਤਾ, ਇਹ ਕਿਹਨੇ ਕੀਤਾ ਇਹ? ਬਾਬਾ ਜੀ ਕਹਿੰਦੇ ਖੜਾ ਤਾਂ ਕੋਲੇ ਹੀ ਆ, ਪਰ ਤੁਹਾਡੀ ਅੱਖ ਨਹੀਂ ਹੈ ਉਹਨੂੰ ਦੇਖਣ ਵਾਲੀ, ਉਹ ਅੱਖ ਦੇਖਣ ਵਾਲੀ ਲਿਆਓ, ਅਭਿਆਸ ਕਰੋ, ਭਗਤੀ ਕਰੋ, ਤਾਂ ਦਿਖਦਾ ਮੇਰਾ ਇੰਜੀਨੀਅਰ। ਇਹ 3 ਲੋਕਾਂ ਦਾ ਇੰਜੀਨੀਅਰ ਆ, ਉਸੇ ਨੇ ਪੁਲ ਬਣਾਇਆ। ਇਉਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਸਕਦੇ ਨੇ। ਨਾਲੇ ਖਾਲਸੇ ਕੋਲ ਤਾਂ ਦਿੱਤਾ ਹੀ ਬਹੁਤ ਕੁਛ ਹੈ, ਪਰ ਖਾਲਸੇ ਦਾ ਤਾਂ ਉਹ ਹਾਲ ਹੋ ਗਿਆ ਹੁਣ। ਕਹਿੰਦੇ ਅਛਤ ਰਾਜ ਵਿਚਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਅੰਦਰ ਸਾਰਾ ਕੁਛ ਹੈ, ਬਾਣੀ ਵਿੱਚ ਸਾਰਾ ਕੁਛ ਹੈ, ਖਜ਼ਾਨੇ ਭਰੇ ਪਏ ਨੇ, ਪਰ ਖਾਲਸਾ ਖੋਜਦਾ ਬਾਹਰ ਨੂੰ। ਬਾਹਰ ਕੀ ਹੈ? ਕੁਛ ਵੀ ਨਹੀਂ। ਇਹਨਾਂ ਦਾ ਤਾਂ ਉਹ ਹਾਲ ਹੋ ਗਿਆ, ਫਰੀਦਾ ਜੰਗਲ ਜੰਗਲ ਕਿਆ ਭਵੈ, ਬਣ ਕੰਡਾ ਮੋੜੇ, ਵੱਸੀ ਰੱਬ ਹਿਆਲੀਆ ਜੰਗਲ ਕਿਆ ਢੂੰਡੇ। 9ਵੇਂ ਪਾਤਸ਼ਾਹ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ, ਸਦਾ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਉਹ ਬਾਵਾ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਤੁਹਾਡੇ ਕੋਲ ਹੀ ਹੈ ਖਾਲਸਾ ਜੀ ਸਾਰਾ ਕੁਛ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਖਜ਼ਾਨੇ ਭਰੇ ਪਏ ਆ, ਤੁਹਾਡੇ ਹਿਰਦੇ 'ਚ ਖਜ਼ਾਨੇ ਭਰੇ ਪਏ ਆ, ਪਰ ਤੁਸੀਂ ਉਹਨੂੰ ਛੱਡ ਕੇ ਹੋਰ ਥਾਵਾਂ ਤੇ ਭਟਕੀ ਜਾ ਰਹੇ ਹੈ। ਗੁਰੂ ਨਾਨਕ ਦੇ ਘਰ ਵਿੱਚ ਸਾਰਾ ਕੁਛ। ਬਾਹਰਲੇ ਲੋਕ ਲਈ ਜਾਂਦੇ ਨੇ ਤੇ ਸਾਡੇ ਡੱਡੂਆਂ ਵਾਂਗੂ ਜਾਲਾ ਹੀ ਖਾਈ ਜਾਂਦੇ ਨੇ। ਬਾਹਰ ਲਿਆ ਕੇ ਭੰਵਰੇ ਖੁਸ਼ਬੂ ਲੈ ਜਾਂਦੇ ਨੇ। ਗੁਰੂ ਨਾਨਕ ਸਾਹਿਬ ਦੇ ਦਰ ਤੇ ਕੋਈ ਕਮੀ ਨਹੀਂ ਹੈ। ਸੁੰਦਰ ਸਾਖਾ ਦਲਬਲ ਫੂਲਾ। ਉੱਥੇ ਜਾ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ, ਟਹਿਣੀਆਂ ਫੁੱਟਿਆਈਆਂ, ਬੜੇ ਸੋਹਣੇ ਪੱਤੇ ਫਲ ਫੁੱਲ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਚਰਨ ਪੈ ਗਏ, ਉਹ ਥਾਂ ਹਰਾ ਭਰਾ ਹੋ ਜਾਂਦਾ, ਖਿੜ ਜਾਂਦਾ, ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ। ਸੋਹਤ ਭਾ ਸਭ ਮਨ ਅਨੁਕੂਲਾ। ਸਾਰਿਆਂ ਦੇ ਮਨ ਨੂੰ ਚੰਗਾ ਲੱਗੇ, ਬੜਾ ਸੋਹਣਾ ਬਣ ਗਿਆ ਬਾਗ ਜਦੋਂ ਗੁਰਾਂ ਨੇ ਚਰਨ ਪਾ ਦਿੱਤੇ। ਜਬਹ ਨਗਰ ਕੇ ਲੋਕਨ ਦੇਖਾ। ਜਦੋਂ ਪਿੰਡ ਦੇ ਲੋਕ, ਉਹ ਨਗਰ ਦੇ ਸ਼ਹਿਰ ਦੇ ਲੋਕ ਲੰਘਦੇ ਸੀ ਰੋਜ਼ ਦੇ, ਸੁੱਕਾ ਜਿਹਾ ਬਾਗ ਹੈ, ਉਹ ਖੜ ਜਾ ਕਰਨ ਦੇ ਉਹੀ ਬਾਗ ਹੈ, ਗਲਤ ਰਸਤੇ ਤਾਂ ਨਹੀਂ ਆ ਗਏ ਕਿਤੇ, ਹੈ ਉਹ ਉਹੀ ਬਾਗ ਹੈ ਬਈ। ਇੱਕ ਦੂਜੇ ਨੂੰ ਦਿਖਾਈ ਜਾਣ, ਪੱਤੇ ਕਿੱਡੇ ਸੋਹਣੇ ਆ, ਕਿੱਡਾ ਸੋਹਣੇ ਟਾਹਣੀਆਂ, ਫਲ ਕਿੱਡੇ ਸੋਹਣੇ ਲਾਗੇ। ਹਿਰਦੇ ਸਭਨ ਆਚਰਜ ਵਿਸੇਖਾ। ਬਹੁਤ ਜ਼ਿਆਦਾ ਹੈਰਾਨਗੀ ਹੋਈ, ਇਹ ਕੀ ਹੋ ਗਿਆ? ਆ ਹੁਣ ਰਾਤ ਤਾਂ ਦੇਖ ਕੇ ਹੋਰ ਕੁਛ ਗਏ ਸੀ, ਹੁਣ ਕੁਛ ਹੋਰ ਹੋ ਗਿਆ। ਬਾਗਵਾਨ ਤਬ ਹੀ ਸੁਧ ਪਾਏ। ਜਿਹੜਾ ਬਾਗਵਾਨ ਸੀ ਉਹਨੇ ਉਸ ਵਕਤ ਖਬਰ ਪਾਈ, ਜਦੋਂ ਆਨ ਗੁਰੂ ਪਗ ਗਰੀਬ ਨਿਵਾਈ, ਉਸ ਵਕਤ ਉਹਨੇ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ। ਹਰਖ ਕੀਨ ਤਿਨ ਹਿਰਦੇ ਵਿਸਾਲਾ। ਬੜੀ ਖੁਸ਼ੀ ਮਨਾਈ, ਬੜੀ ਖੁਸ਼ੀ ਮਨਾਈ ਮਨ ਚ ਉਹਨੇ। ਉਨ ਗਵਨਿਓ ਜੈ ਹੁਤੋ ਭਵਾਲਾ। ਜਿੱਥੇ ਰਾਜਾ ਸੀ ਉਹ ਦੌੜ ਕੇ ਉੱਥੇ ਗਿਆ ਉਸ ਵਕਤ। ਜਾਏ ਸਭਾ ਮਹਿ ਗਿਰਾ ਉਭਾਚੇ। ਜਾ ਕੇ ਰਾਜੇ ਦੀ ਸਭਾ ਵਿੱਚ ਉੱਚੀ ਉੱਚੀ ਰੌਲਾ ਪਾਇਆ। ਸੁਨਹੁ ਬਾਤ ਭੂਪਤ ਮਮ ਸਾਚੇ। ਇਹ ਰਾਜਾ ਸੁਣੋ, ਮੇਰੀ ਗੱਲ ਸੱਚੀ ਆ, ਧਿਆਨ ਦੇ ਨਾਲ ਸੁਣੋ। ਉੱਤਮ ਸੰਤ ਏਕ ਚੱਲ ਆਇਓ। ਇੱਕ ਬਹੁਤ ਹੀ ਉੱਤਮ ਸੰਤ ਮਹਾਂਪੁਰਖ ਚੱਲ ਕੇ ਆਏ ਨੇ। ਸੂਕੇ ਉਪਮਨ ਪਗ ਜਬ ਪਾਇਓ। ਉਹਨੇ ਜਦੋਂ ਸੁੱਕੇ ਬਗੀਚੇ ਚ ਆ ਕੇ ਆਪਣੇ ਚ ਉੱਥੇ ਚਰਨ ਪਾਏ ਨੇ, ਹਰਿਆ ਹੋਤ ਭਇਓ ਤਤਕਾਲਾ। ਉਹ ਤਤਕਾਲ ਹੀ ਹਰਾ ਹੋ ਗਿਆ। ਇੰਨੀ ਛੇਤੀ ਹਰਾ ਮੈਂ ਨਹੀਂ ਹੁੰਦਾ ਦੇਖਿਆ ਕਦੇ ਕੁਛ। ਜੇ ਕੋ ਦਰਸ਼ਨ ਕਰਤ ਨਿਹਾਲਾ। ਜਿਹਦੇ ਦਰਸ਼ਨ ਕਰਦਿਆਂ ਹੀ ਅਸੀਂ ਨਿਹਾਲ ਨਿਹਾਲ ਹੋ ਗਏ। ਦਵੈ ਚੇਲੇ ਹੈ ਤਾਂ ਕੇ ਸੰਗਾ। 2 ਉਹਦੇ ਸਿੱਖ ਨੇ ਨਾਲ ਜਿਹੜੇ। ਚਲੋ ਨਿਕਟ ਤਾਹੇ ਧਾਰ ਉਮੰਗਾ। ਉੱਥੇ ਉਤਸ਼ਾਹ ਧਾਰ ਕੇ ਹੁਣ ਚਲੋ ਆਪਾਂ, ਚਲੋ ਚੱਲ ਕੇ ਸਾਰੇ ਜਣੇ
ਦਰਸ਼ਨ ਕਰੀਏ। ਸੁਣਤ ਸਰਵਣ ਭੁਵਤ ਹਰਿ ਖਾਇਓ। ਸੁਣ ਕੇ ਆਪਣੇ ਕੰਨਾਂ 'ਚ ਰਾਜਾ ਬਹੁਤ ਖੁਸ਼ ਹੋਇਆ। ਮੰਤਰੀ ਆਪਣੋ ਨਿਕਟ ਬੁਲਾਇਓ। ਆਪਣਾ ਮੰਤਰੀ ਨੇੜੇ ਬੁਲਾਇਆ ਕੋਲੇ। ਏਕੇ ਸੰਗ ਕਹੀ ਇਹ ਬਾਣੀ। ਉਹਦੇ ਨਾਲ ਇਹ ਬਚਨ ਕਹੇ ਉਸ ਵਕਤ। ਜਾਵੋ ਨਿਕਟ ਸੰਤ ਸੁਖਦਾਨੀ। ਸੋ ਸੁੱਖਾਂ ਦੇ ਦੇਣ ਵਾਲੇ ਜਿਹੜੇ ਸੰਤ ਜੀ ਆਏ ਨੇ ਬਾਹਰ, ਉਹਨਾਂ ਕੋਲ ਜਾਓ ਛੇਤੀ। ਜਾਂ ਸ੍ਰੀ ਨਾਨਕ ਆਗਮ ਕੀਨਾ। ਕਿ ਜਾਂ ਗੁਰੂ ਨਾਨਕ ਦੇਵ ਜੀ ਤਾਂ ਨਹੀਂ ਕਿਤੇ ਆ ਗਏ, ਜਾਂ ਦੇਖ ਕੇ ਆ ਜਾ ਕੇ ਹੁਣ। ਕਰੋ ਪਰਖ ਭਲ ਵਿਦ ਲਿਓ ਚੀਨਾ। ਪਰ ਪਹਿਲਾਂ ਪੜਤਾਲ ਕਰ ਲਿਓ, ਪਰਖ ਲੈ ਲਿਓ ਚੰਗੀ ਤਰ੍ਹਾਂ। ਪਰਸ਼ੁਰਾਮ ਸੁਨ ਬਚ ਅਵਨੀਪਾ। ਇਹ ਮੰਤਰੀ ਦਾ ਨਾਮ ਹੈ, ਪਰਸ਼ੁਰਾਮ ਉਹਦਾ ਨਾਮ ਹੈ। ਰਾਜਾ ਸ਼ਿਵਨਾਭ ਦਾ ਮੰਤਰੀ ਪਰਸ਼ੁਰਾਮ, ਉਹਨੂੰ ਉਸ ਵਕਤ ਰਾਜੇ ਨੇ ਭੇਜਿਆ। ਸੁੰਦਰ ਭੋਜਨ ਲੀਨ ਸਮੀਪਾ। ਉਹਨੇ ਉਸ ਵਕਤ ਬੜੇ ਸੁੰਦਰ ਸੁੰਦਰ ਭੋਜਨ ਨਾਲ ਲਏ। ਗਮਨਿਓ ਉਪਵਨ ਕੋ ਤਤਕਾਲਾ। ਉਹ ਬਗੀਚੇ ਦੇ ਵਿੱਚ ਤਤਕਾਲ ਛੇਤੀ ਚਲਿਆ ਗਿਆ। ਜਹਾਂ ਵਿਰਾਜਤ ਦੀਨ ਦਇਆਲਾ। ਜਿੱਥੇ ਦੀਨ ਦਿਆਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਬਿਰਾਜਮਾਨ ਹੋ ਰਹੇ ਸਨ। ਕੀਨ ਬੰਦਨਾ ਦਵੈ ਕਰ ਜੋਰੀ। ਵੰਦਨਾ ਕੀਤੀ, ਮੱਥਾ ਟੇਕਿਆ ਦੋਵੇਂ ਹੱਥ ਜੋੜ ਕੇ। ਆਗੇ ਭੋਜਨ ਧਰਿਓ ਬਹੋਰੀ। ਸੋ ਅੱਗੇ ਫਿਰ ਭੋਜਨ ਧਰਨਾ ਕੀਤਾ। ਨਿਰਪਤ ਪਠਿਓ ਹੈ ਕਰੋ ਆਹਾਰਾ। ਮਹਾਰਾਜਾ ਰਾਜੇ ਨੇ ਭੋਜਨ ਭੇਜਿਆ ਜੀ, ਕਿਰਪਾ ਕਰਕੇ ਛਕ ਲਓ ਜੀ। ਸੁਨ ਸ੍ਰੀ ਨਾਨਕ ਬਚਨ ਉਚਾਰਾ। ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਿਹਾ। ਮਾਰੂ ਮਹਲਾ ਪਹਿਲਾ। ਰਸ ਕਾ ਸੁਆਦ ਅਨੇਕ ਹੈ, ਬਿਖ ਫਲ ਮੀਠੇ ਚਾਖ। ਸੋ ਇਹ ਹੋ ਸਕਦਾ ਭਾਈ ਬਾਲੇ ਵਾਲੇ ਜਨਮ ਸਾਖੀ ਚ ਆਇਆ, ਪਰ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਨਹੀਂ। ਪਰ ਵੈਸੇ ਲਿਖਿਆ ਕਿ ਰਸ ਕਸ ਸਵਾਦ ਅਨੇਕ ਹੈ, ਪਰ ਬਿਖ ਫਲ ਮੀਠੇ ਚਾਖ। ਇਹ ਜਿੰਨੇ ਮਿੱਠੇ ਮਿੱਠੇ ਫਲ ਆਪਾਂ ਖਾਣੇ, ਜ਼ਹਿਰ ਰੂਪ ਨੇ ਚੱਖਣ ਵਿੱਚ। ਕਿਰਪਾ ਕਰੇ ਜਿਸ ਆਪਣੀ, ਤਾਕੋ ਰਾਖੈ ਆਪ। ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਉਹੀ ਬਚਾਵੇ। ਇਹਨਾਂ ਮਿੱਠੀਆਂ ਚੀਜ਼ਾਂ ਤੋਂ ਅਸੀਂ ਨਹੀਂ ਖਾਣੀਆਂ, ਆਪਣੀਆਂ ਵਾਪਸ ਲੈ ਜਾਓ। ਉਸ ਵਕਤ ਰਾਜੇ ਨੇ ਵੀ ਪਰਖਣਾ ਸੀ, ਮਹਾਰਾਜ ਨੇ ਵੀ ਪਰਖਣਾ ਸੀ। ਕਿਉਂ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਹੁਣ ਪਰਖਣਗੇ, ਉਹ ਉਹਨਾਂ ਨੂੰ ਪਰਖਣਗੇ, ਫਿਰ ਪਤਾ ਲੱਗੇਗਾ। ਆਓ ਕੱਲ ਨੂੰ ਫਿਰ ਸ਼ਰਵਣ ਕਰਾਂਗੇ ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ। ਮਹਾਰਾਜ ਜੀ ਨੇ ਕਿਰਪਾ ਕੀਤੀ ਆ ਸਾਡੇ ਤੇ। ਫਿਰ ਕੱਲ ਨੂੰ ਸ਼ਰਵਣ ਕਰਕੇ ਆਨੰਦ ਮਾਣਾਂਗੇ।